ਐਮਐਲਏ ਚਾਹੇ ਸੱਤਾ ਧਿਰ ਦਾ ਹੋਵੇ ਤੇ ਜਾਂ ਫਿਰ ਵਿਰੋਧੀ ਧਿਰ ਦਾ, ਉਹਦੇ ਹੱਥ ਵਸ ਕੀ ਰਿਹਾ ਕਿ 5 ਸਾਲ ਉਸਨੇ ਲੋਕਾਂ ਦੀ ਸੁਣੀ, ਕਿ ਲੋਕਾਂ ਦੇ ਨਾਲ ਗੱਲਬਾਤ ਕੀਤੀ, ਕਿ ਮਿਲਿਆ ਵਿਚਰਿਆ। ਸਾਡੀ ਵੱਡੀ ਪ੍ਰਾਪਤੀ ਇਹ ਹੈ, ਅਸੀਂ ਇਹ ਕਵਾਂਗੇ ਮਲੋਟ ਹਲਕਾ ਵਾਸੀਆਂ ਦੀ ਜਾਂ ਸਰਕਾਰ ਦੀ, ਕਾਂਗਰਸ ਦੀ, ਕਿ ਲਾ ਐਂਡ ਆਰਡਰ ਬਹੁਤ ਵਧੀਆ ਰਿਹਾ ਹੈ। ਅਕਾਲੀ ਦਲ ਦੇ ਵੇਲੇ ਲਾ ਐਂਡ ਆਰਡਰ ਦੀ ਬਹੁਤ ਵੱਡੀ ਪ੍ਰੋਬਲਮ ਸੀ, ਲੋਕਾਂ ਦੀਆਂ ਜ਼ਮੀਨਾਂ ਨੱਪੀਆਂ ਜਾਂਦੀਆਂ ਸੀ, ਗੁੰਡਾਗਰਦੀ ਦਾ ਨੰਗਾ ਨਾਚ ਸੀ। ਜਦੋਂ ਰੁਜ਼ਗਾਰ ਨਹੀਂ ਗਾ, ਕੁਛ ਨਹੀਂ ਇੱਥੇ ਬਣਿਆ। ਇਹ ਪਹਿਲਾਂ ਤਾਂ ਸਟੇਜ ਤੋਂ ਆਪਸ ਵਿੱਚ ਇਹ ਇਹਨਾਂ ਦੇ ਬਣਦੀ ਨਹੀਂ ਇਸ ਆਪਸ ਦੀ। ਚੰਨੀ ਦਾ ਬਿਆਨ ਹੋਰ ਹੈ, ਸਿੱਧੂ ਦਾ ਬਿਆਨ ਹੋਰ ਹੈ। ਹੁਣ ਕੀ ਸੋਚ ਕੇ ਵੋਟ ਪਾਓਗੇ? ਇਹ ਤਾਂ ਹੈ ਜੀ ਵੀ ਜੇ ਕਿਸੇ ਗਰੀਬ ਦਾ ਕੰਮ ਹੋਵੇ, ਚੰਗੇ ਕੰਮ ਹੋਣਗੇ, ਕੋਈ ਕਾਲਜ ਬਣ ਗਏ ਜਾਂ ਕਿਸੇ ਨੂੰ ਮੰਨ ਲਓ ਮਿਹਨਤ ਕਰਨ ਵਾਸਤੇ ਕੋਈ ਫੈਕਟਰੀਆਂ ਲੱਗਣ, ਅਸੀਂ ਤਾਂ ਆਹ ਚਾਹੁੰਦੇ ਜੀ ਬਸ। ਚਲੋ ਲੰਬੀ ਬਾਰੇ ਦੱਸੋ ਕਿ ਲੰਬੀ ਦੇ ਵਿੱਚ ਕੁਝ ਹੋਇਆ ਪਿਛਲੇ 5 ਸਾਲਾਂ ਦੇ ਵਿੱਚ, ਜਾਂ ਓਵਰਆਲ ਪੰਜਾਬ ਦੇ ਵਿੱਚ ਲੱਗਦਾ ਕੋਈ ਕੰਮਕਾਰ ਹੋਏ ਨੇ? ਨਹੀਂ ਜੀ, ਸਾਡੇ ਕਾਂਗਰਸ ਸਰਕਾਰ ਦਾ ਕੋਈ ਨਹੀਂ ਹੋਇਆ। ਕਾਲੀਆਂ ਮੌਕੇ ਬਹੁਤ ਕੰਮ ਹੋਏ ਉੱਥੇ। ਇਹ ਕਹਿੰਦੇ ਨੇ ਕਿ ਕਾਂਗਰਸ ਵੇਲੇ ਹੋਇਆ, ਅਕਾਲੀ ਦਲ ਵੇਲੇ ਨਹੀਂ ਹੋਇਆ। ਸਾਡੀਆਂ ਇਹ ਬੇਸਿਕ ਨੀਡਸ ਹੁੰਦੀਆਂ, ਘਰਾਂ ਤੱਕ ਪਾਣੀ ਪਹੁੰਚੇ, ਬਿਜਲੀ ਪਹੁੰਚੇ, ਸੀਵਰੇਜ ਦਾ ਪ੍ਰਬੰਧ ਹੋਵੇ ਦੇ ਵਿੱਚ, ਠੀਕ ਹੈ। ਉਹ ਅਸੀਂ ਇਹ ਨਹੀਂ ਕਹਿ ਸਕਦੇ ਕਿ 100% ਜਿਹੜਾ ਕੰਪਲੀਟ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੁਰ। ਨੇਤਾ ਜੀ ਦਿਓ ਜਵਾਬ ਇਸ ਪ੍ਰੋਗਰਾਮ ਦੇ ਤਹਿਤ ਅਸੀਂ ਹਰ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਪਹੁੰਚਦੇ ਹਾਂ ਔਰ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਕਿ ਐਮਐਲਏ ਚਾਹੇ ਸੱਤਾ ਧਿਰ ਦਾ ਹੋਵੇ ਤੇ ਜਾਂ ਫਿਰ ਵਿਰੋਧੀ ਧਿਰ ਦਾ, ਉਹਦੇ ਹੱਥ ਵਸ ਕੀ ਰਿਹਾ ਕਿ 5 ਸਾਲ ਉਸਨੇ ਲੋਕਾਂ ਦੀ ਸੁਣੀ, ਕਿ ਲੋਕਾਂ ਦੇ ਨਾਲ ਗੱਲਬਾਤ ਕੀਤੀ, ਕਿ ਮਿਲਿਆ ਵਿਚਰਿਆ। ਇਸ ਜਿਸ ਵੀ ਹਲਕੇ ਦੇ ਵਿੱਚ ਹੈ ਕਿ ਉਹਦੇ ਕੰਮ ਹੋਏ। ਤਾਂ ਬਿਲਕੁਲ ਇਸੇ ਤਹਿਤ ਅੱਜ ਅਸੀਂ ਹਲਕਾ ਮਲੋਟ ਦੇ ਵਿੱਚ ਪਹੁੰਚੇ ਹਾਂ। ਹਲਕਾ ਮਲੋਟ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਵਿਧਾਇਕ ਚੁਣੇ ਗਏ ਅਜੈਬ ਸਿੰਘ ਭੱਟੀ, ਜਿਹੜੇ ਉਸ ਤੋਂ ਬਾਅਦ ਸਰਕਾਰ ਦੇ ਵੱਲੋਂ ਜਾਣੀ ਪ੍ਰਮੋਟ ਕਰ ਦਿੱਤੇ ਗਏ ਔਰ ਉਹਨਾਂ ਨੂੰ ਡਿਪਟੀ ਸਪੀਕਰ ਦਾ ਅਹੁਦਾ ਦੇ ਦਿੱਤਾ ਗਿਆ। ਹੁਣ ਇੱਕ ਪਾਸੇ ਇੱਥੋਂ ਦੇ ਐਮਐਲਏ ਨੇ ਜਾਣੀ ਵਿਧਾਇਕ ਨੇ, ਤੇ ਦੂਜੇ ਪਾਸੇ ਉਹਨਾਂ ਦੇ ਕੋਲ ਸਰਕਾਰ ਦੇ ਵਿੱਚ ਬਹੁਤ ਵੱਡਾ ਅਹੁਦਾ, ਡਿਪਟੀ ਸਪੀਕਰ ਵਰਗਾ ਅਹੁਦਾ ਔਰ ਆਪਣੇ ਹਲਕੇ ਦੇ ਲਈ ਪਾਵਰ। ਫਿਰ ਉਸ ਪਾਵਰ ਦਾ ਇਸਤੇਮਾਲ ਉਹਨਾਂ ਨੇ ਕੀ ਠੀਕ ਢੰਗ ਦੇ ਨਾਲ ਕੀਤਾ ਕਿ ਲੋਕ ਉਹਨਾਂ ਤੋਂ ਖੁਸ਼ ਵੀ ਨੇ? ਜੇ ਖੁਸ਼ ਨੇ ਤਾਂ ਫਿਰ ਕਿਹੜੇ ਕੰਮਾਂ ਤੋਂ ਖੁਸ਼ ਨੇ? ਕਿਉਂਕਿ ਗਲੀਆਂ ਨਾਲੀਆਂ ਨੂੰ ਪੱਕੇ ਕਰ ਦੇਣਾ ਜਾਂ ਫਿਰ ਘਰਾਂ ਦੇ ਵਿੱਚ ਪਾਣੀ ਪਹੁੰਚਾ ਦੇਣਾ, ਇਹ ਸਾਡੀਆਂ ਬੇਸਿਕ ਨੀਡਸ ਹੁੰਦੀਆਂ। ਇਸ ਤੋਂ ਬਿਨਾਂ ਰੋਜ਼ਗਾਰ ਵੀ ਸਾਡਾ ਇੱਕ ਮੁੱਖ ਏਜੰਡਾ ਰਹਿੰਦਾ ਹੈ, ਮੁੱਖ ਲੋੜ ਰਹਿੰਦੀ ਹੈ। ਦੂਜੇ ਪਾਸੇ ਨਸ਼ੇ ਦੀ ਜੇਕਰ ਗੱਲ ਕਰੀਏ ਤਾਂ ਕੀ ਨਸ਼ਾ ਖਤਮ ਕਰਨ ਦੇ ਵਿੱਚ ਇਹਨਾਂ ਵਿਧਾਇਕਾਂ ਨੇ, ਇਹਨਾਂ ਲੀਡਰਾਂ ਨੇ ਕੋਈ ਆਪਣੀ ਭੂਮਿਕਾ ਨਿਭਾਈ? ਤਾਂ तमाम ਵਿਸ਼ੇ ਨੇ, तमाम ਮੁੱਦੇ ਨੇ, ਇਹਨਾਂ ਤੇ ਚਰਚਾ ਵੀ ਕਰਾਂਗੇ। ਕੁਝ ਲੋਕ ਤਾਂ ਸਾਡੇ ਨਾਲ ਜੁੜ ਗਏ ਆ। ਦੇਖੋ, ਇੱਕ ਗੱਲ ਬੜੀ ਅਹਿਮ ਹੈ ਕਿ ਜਦੋਂ ਅਸੀਂ ਕਿਸੇ ਵੀ ਹਲਕੇ ਦੇ ਵਿੱਚ ਜਾਂਦੇ ਆ ਤਾਂ ਲੋਕ ਉੱਥੋਂ ਦੇ ਬੋਲਣ ਤੋਂ ਬੜੇ ਗੁਰੇਜ਼ ਕਰਦੇ ਆ। ਕਹਿੰਦੇ ਨੇ ਕਿ ਜੇਕਰ ਅਸੀਂ ਆਪਦੇ ਲੀਡਰ ਦੇ ਖਿਲਾਫ ਬੋਲਾਂਗੇ ਤਾਂ ਉਹ ਸਾਨੂੰ ਕਿਸੇ ਉਲਝਣ ਦੇ ਵਿੱਚ ਉਲਝਾ ਸਕਦੇ ਆ, ਸਾਡੇ ਤੇ ਪਰਚੇ ਤੱਕ ਕਰਵਾ ਸਕਦੇ ਆ। ਪਰ ਸਾਡੀ ਇਹ ਜਿਹੜੀ ਦੁਕਾਨਦਾਰੀ ਆ ਸਾਡੀ ਸ਼ੁਰੂ ਹੋ ਗਈ। ਅਸੀਂ ਆਪਣੇ ਬੋਰਡ ਲਾ ਕੇ ਖੜੇ ਹੋ ਗਏ ਆ ਔਰ ਆਮ ਲੋਕ ਨਾਲ ਗੁਜ਼ਰ ਰਹੇ ਆ। ਉਹਨਾਂ ਨਾਲ ਗੱਲਬਾਤ ਵੀ ਕਰਾਂਗੇ, ਸਮਝਾਂਗੇ ਔਰ ਨਾਲ ਹੀ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਲੋਕ ਕੀ ਉਸ ਸੋਚ ਤੋਂ ਆਜ਼ਾਦ ਹੋਏ ਆ ਜਿਹੜੀ ਸੋਚ ਇਹ ਕਹਿੰਦੀ ਹੈ ਕਿ ਜੇਕਰ ਅਸੀਂ ਆਪਣੇ ਲੀਡਰ ਦੇ ਖਿਲਾਫ ਬੋਲਾਂਗੇ ਤਾਂ ਸਾਡੇ ਤੇ ਕਾਨੂੰਨੀ ਕਾਰਵਾਈ ਕਰਵਾ ਸਕਦਾ ਹੈ ਉੱਥੋਂ ਦਾ ਲੀਡਰ। ਤਾਂ ਅਸੀਂ ਆਮ ਲੋਕਾਂ ਨਾਲ ਲਗਾਤਾਰ ਗੱਲਬਾਤ ਕਰਾਂਗੇ। ਵੀਰ ਜੀ, ਕੀ ਨਾਮ ਹੈ ਜੀ? ਮੇਰਾ ਨਾਮ ਪ੍ਰੋਫੈਸਰ ਬਲਜੀਤ ਸਿੰਘ ਗਿੱਲ ਹੈ ਜੀ। ਸਰ, ਹੋਇਆ ਕੋਈ ਤੁਹਾਡੇ ਹਲਕੇ ਦੇ ਵਿੱਚ ਕੋਈ ਕੰਮ ਕਰ? ਸਾਡੇ ਹਲਕੇ ਦੇ ਵਿੱਚ ਬਹੁਤ ਵਿਕਾਸ ਹੋਇਆ ਜੀ ਕਾਂਗਰਸ ਦੇ ਰਾਜ ਸਮੇਂ। ਤੁਸੀਂ ਜੇ ਮੈਂ ਅੱਜ ਮਲੋਟ ਮੰਡੀ ਦੀ ਗੱਲ ਕਰਾਂ ਤਾਂ ਜਿਹੜੀਆਂ ਲਾਈਟਾਂ, ਸੜਕਾਂ ਬਣੀਆਂ ਸਾਰੇ ਮੁਹੱਲਿਆਂ ਦੇ ਵਿੱਚ, ਸਾਰੇ ਸ਼ਹਿਰ ਦੇ ਵਿੱਚ, ਔਰ ਆ ਜਿਹੜਾ ਪੁਲ ਹੈ ਇਹ ਵੀ ਸਾਡੀ ਸਰਕਾਰ ਵੇਲੇ, ਕਾਂਗਰਸ ਦੀ ਸਰਕਾਰ ਵੇਲੇ ਬਣਿਆ। ਔਰ ਹੁਣ ਜਿਹੜਾ ਡਿਵਾਈਡਰ ਹੈ ਇਹ ਨੈਸ਼ਨਲ ਹਾਈਵੇ ਨੂੰ ਕੱਟਦਾ ਹੈ, ਜਿਹੜਾ ਡਰਾਈਵਰ ਮਲੋਟ ਚੌਂਕ ਤੋਂ ਲੈ ਕੇ ਦਾਨੇ ਵਾਲੇ ਚੌਂਕ ਤੱਕ ਇਹ ਜਿਹੜਾ ਡਿਵਾਈਡਰ ਵੀ ਪਾਸ ਹੋ ਗਿਆ ਹੈ। ਤੇ ਸਭ ਤੋਂ ਸਾਡੀ ਵੱਡੀ ਪ੍ਰਾਪਤੀ ਇਹ ਹੈ, ਅਸੀਂ ਇਹ ਕਵਾਂਗੇ ਮਲੋਟ ਹਲਕਾ ਵਾਸੀਆਂ ਦੀ ਜਾਂ ਸਰਕਾਰ ਦੀ, ਕਾਂਗਰਸ ਦੀ, ਕਿ ਲਾ ਐਂਡ ਆਰਡਰ ਬਹੁਤ ਵਧੀਆ ਰਿਹਾ ਹੈ। ਅਕਾਲੀ ਦਲ ਦੇ ਵੇਲੇ ਲਾ ਐਂਡ ਆਰਡਰ ਦੀ ਬਹੁਤ ਵੱਡੀ ਪ੍ਰੋਬਲਮ ਸੀ, ਲੋਕਾਂ ਦੀਆਂ ਜ਼ਮੀਨਾਂ
ਜ਼ਮੀਨਾਂ ਨੱਪੀਆਂ ਜਾਂਦੀਆਂ ਸੀ, ਗੁੰਡਾਗਰਦੀ ਦਾ ਨੰਗਾ ਨਾਚ ਸੀ। ਪਿਛਲੇ 5 ਸਾਲ ਦੇ ਵਿੱਚ ਲਾ ਐਂਡ ਆਰਡਰ ਸਭ ਤੋਂ ਵਧੀਆ ਰਿਹਾ ਔਰ ਫਸਲਾਂ ਬੜੀਆਂ ਵਧੀਆ ਵਿਕਦੀਆਂ ਰਹੀਆਂ। ਨਸ਼ੇ ਤੇ ਵੀ ਕਾਫੀ ਹੱਦ ਤੱਕ ਅਸੀਂ ਜਿਹੜਾ ਸਕੰਜਾ ਕੱਸ ਸਕੇ ਆ, ਲੇਕਿਨ ਹਜੇ ਵੀ ਨਸ਼ਾ ਕਿਤੇ ਨਾ ਕਿਤੇ ਵਿਕਦਾ ਹੈ। ਜਿਹੜਾ ਸਰਗਣੇ ਨਸ਼ੇ ਦੇ ਹਜੇ ਵੀ ਮੌਜੂਦ ਦੇ ਵਿੱਚ ਮਲੋਟ ਵਿੱਚ ਮੌਜੂਦ ਹੈ, ਪਰ ਅਕਾਲੀ ਦਲ ਦੇ ਰਾਜ ਨਾਲੋਂ ਬਹੁਤ ਘੱਟ ਹੈ ਜੀ। ਅਕਾਲੀ ਦਲ ਦੇ ਰਾਜ ਨਾਲੋਂ ਤੁਹਾਡੇ ਰਾਜ ਦੇ ਵਿੱਚ ਜ਼ਿਆਦਾ ਬਿਹਤਰੀ ਹੋਈ ਆ। ਆਮ ਲੋਕਾਂ ਤੋਂ ਵੀ ਪੁੱਛ ਲਾਂਗੇ, ਕੁਝ ਲੋਕ ਸਾਡੇ ਨਾਲ ਨੇ। ਕੀ ਨਾਮ ਹੈ ਤੁਹਾਡਾ ਜੀ? ਵੀਰਾ ਸਿੰਘ ਜੀ, ਕਿੱਥੋਂ ਦੇ ਰਹਿਣ ਵਾਲੇ ਹੋ? ਤੱਪਾ ਖੇੜਾ, ਇਹ ਇਸੇ ਹਲਕੇ ਦੇ ਵਿੱਚ ਹੀ ਆਉਂਦਾ? ਹਾਂਜੀ। ਮਲੋਟ ਹਲਕੇ ਦੇ ਵਿੱਚ ਲੰਬੀ ਜੀ। ਇੱਕ ਲੰਬੀ ਚ, ਚਲੋ ਲੰਬੀ ਬਾਰੇ ਦੱਸੋ ਕਿ ਲੰਬੀ ਦੇ ਵਿੱਚ ਕੁਝ ਹੋਇਆ ਪਿਛਲੇ 5 ਸਾਲਾਂ ਦੇ ਵਿੱਚ, ਜਾਂ ਓਵਰਆਲ ਪੰਜਾਬ ਦੇ ਵਿੱਚ ਲੱਗਦਾ ਕੋਈ ਕੰਮਕਾਰ ਹੋਏ ਨੇ ਕਾਂਗਰਸ ਦੀ ਸਰਕਾਰ ਦੇ ਵਿੱਚ? ਨਹੀਂ ਜੀ, ਸਾਡੇ ਕਾਂਗਰਸ ਸਰਕਾਰ ਦਾ ਕੋਈ ਨਹੀਂ ਹੋਇਆ। ਕਾਲੀਆਂ ਮੌਕੇ ਬਹੁਤ ਕੰਮ ਹੋਏ ਆ ਉੱਥੇ ਜੀ। ਅਕਾਲੀਆਂ ਵੇਲੇ ਹੋਇਆ? ਹਾਂ, ਸਾਡੇ ਹੋਏ। ਕਾਂਗਰਸ ਵੇਲੇ ਕੋਈ ਨਹੀਂ ਹੋਏ? ਕੋਈ ਨਹੀਂ ਹੋਇਆ। ਇਹ ਕਹਿੰਦੇ ਨੇ ਕਿ ਕਾਂਗਰਸ ਵੇਲੇ ਹੋਇਆ, ਅਕਾਲੀ ਦਲ ਵੇਲੇ ਨਹੀਂ ਹੋਏ। ਨਹੀਂ ਜੀ, ਸਾਡਾ ਇਲਾਕਾ ਲੰਬੀ 'ਚ ਪੈਂਦਾ, ਸਾਡਾ ਬਿਲਕੁਲ ਕੰਮ ਵਧੀਆ ਹੋਏ ਆ। ਹੁਣ ਸਾਡਾ ਕੋਈ ਨਹੀਂ ਹੋਇਆ ਜੀ। ਨਸ਼ਾ ਰੁਕਿਆ? ਉਧਰ ਨਸ਼ਾ ਰੋਕਣ ਦੇ ਵਿੱਚ ਕਾਮਯਾਬ ਹੋਈ ਹੈ ਕਿ ਅਕਾਲੀ, ਜਦੋਂ ਅਕਾਲੀ ਦਲ ਦੀ ਸਰਕਾਰ ਸੀ ਜਾਂ ਕੁਝ? ਨਸ਼ਾ ਤਾਂ ਜੀ ਹੁਣ ਚੱਲੀ ਜਾਂਦਾ, ਕੋਈ ਕੰਟਰੋਲ ਵੀ ਹੋਈ ਜਾਂਦਾ ਜੀ। ਇਹ ਚਲੋ ਬਹੁਤ ਕੰਟਰੋਲ ਹੋ ਰਿਹਾ। ਕੌਣ ਕੰਟਰੋਲ ਕਰ ਰਿਹਾ? ਫਿਰ ਸਰਕਾਰ ਕਰ ਰਹੀ ਹੈ ਨਾ, ਕਾਂਗਰਸ ਦੀ ਸਰਕਾਰ। ਕਾਂਗਰਸ ਸਰਕਾਰ ਇਹ ਕੰਟਰੋਲ ਕਰ ਰਹੇ ਆ? ਕਰ ਰਿਹਾ ਜੀ। ਤੁਹਾਡੇ ਹਲਕੇ ਦੇ ਵਿੱਚ ਕੋਈ ਕੰਟਰੋਲ ਹੋਇਆ? ਹਾਂ, ਹੁਣ ਹੋਇਆ ਜੀ ਪੂਰਾ। ਤਾਂ ਨਸ਼ਾ ਸਭ ਤੋਂ ਵੱਡੀ ਇੱਕ ਸਮੱਸਿਆ ਰਹਿੰਦੀ ਹੈ। ਆਮ ਲੋਕ ਸਾਡੇ ਨਾਲ ਬਾਈ ਜੀ ਵੀ ਹੈਗੇ ਨੇ। ਬਾਈ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਿਸ਼ਪਾਲ ਪੁਲ ਹੈ ਜੀ। ਤੁਸੀਂ ਮਲੋਟ ਦੇ ਹੀ ਰਹਿਣ ਵਾਲੇ ਹੋ? ਬਿਲਕੁਲ ਜੀ, ਮਲੋਟ ਤੋਂ ਬਿਲੋਂਗ ਕਰਦੇ ਹਾਂ। ਤਾਂ ਭਾਈ ਸਾਹਿਬ ਹੋਰੀ ਦੱਸਦੇ ਸੀ ਕਿ ਕਾਂਗਰਸ ਦੇ ਰਾਜ ਦੇ ਵਿੱਚ ਬਹੁਤ ਕੁਝ ਸਵਾਰਿਆ ਗਿਆ ਹੈ ਮਲੋਟ ਦਾ। ਸਹਿਮਤ ਹੋ ਇਹਨਾਂ ਨਾਲ? ਦੇਖੋ, ਇਹ ਹੈ ਕਿ ਮਲੋਟ ਦੇ ਹਾਲਾਤ ਤੁਸੀਂ ਖੁਦ ਵੀ ਦੇਖ ਸਕਦੇ ਹੋ। ਪਹਿਲਾਂ ਜਿਹੜਾ ਕਿ ਸਾਰਿਆਂ ਨੂੰ ਪਤਾ ਹੈ ਕਿ 4.5 ਸਾਲ ਜਿਹੜੀ ਉਹ ਕਾਂਗਰਸ ਸਰਕਾਰ ਜਿਹੜੀ ਉਹ ਸੁੱਤੀ ਰਹੀ ਹੈ। ਨੋ ਡਾਊਟ ਕਿ ਹੁਣ ਜਿਹੜੇ 6 ਮਹੀਨੇ ਆ ਹੁਣ ਚੱਲ ਰਹੇ ਨੇ, ਹੁਣ ਸਰਕਾਰ ਚੇਂਜ ਹੋਈ ਹੈ, ਇੱਥੋਂ ਦੀ ਨਗਰ ਕੌਂਸਲ ਦੇ ਪ੍ਰਧਾਨ ਜਿਹੜੇ ਉਹ ਵੀ ਚੇਂਜ ਹੋਏ ਆ। ਹੁਣ ਨਗਰ ਕੌਂਸਲ ਦੇ ਪ੍ਰਧਾਨ ਚੇਂਜ ਹੋਣ ਤੋਂ ਬਾਅਦ 'ਚ ਸ਼ਹਿਰ ਦੇ ਵਿੱਚ ਇੰਟਰਲੌਕ ਟਾਇਲਸ ਲੱਗ ਰਹੀਆਂ ਨੇ, ਬੱਤੀਆਂ ਲੱਗੀਆਂ ਨੇ, ਬਾਕੀ ਵੀ ਜਿਹੜੀ ਡਿਵੈਲਪਮੈਂਟ ਤੋਂ ਡਿਵੈਲਪ ਚੱਲ ਰਹੀ। ਬਾਕੀ ਦੇਖੋ, ਸਾਡੀਆਂ ਇਹ ਬੇਸਿਕ ਨੀਡਸ ਹੁੰਦੀਆਂ, ਘਰਾਂ ਤੱਕ ਪਾਣੀ ਪਹੁੰਚੇ, ਬਿਜਲੀ ਪਹੁੰਚੇ, ਸੀਵਰੇਜ ਦਾ ਪ੍ਰਬੰਧ ਹੋਵੇ ਦੇ ਵਿੱਚ, ਠੀਕ ਹੈ। ਉਹ ਅਸੀਂ ਇਹ ਨਹੀਂ ਕਹਿ ਸਕਦੇ ਕਿ 100% ਜਿਹੜਾ ਕੰਪਲੀਟ ਹੈ। ਬਾਕੀ ਡਿਵੈਲਪਮੈਂਟ ਚਲੋ ਇਹਨਾਂ ਦੀ ਉਸ ਲੈਵਲ ਤੇ ਹੁਣ ਚੱਲ ਰਹੀ ਹੈ। ਜੇ ਅਸੀਂ ਬੇਸਿਕ ਮੁੱਦੇ ਦੇਖੀਏ, ਇੱਕ ਸਮਾਂ ਸੀਮਾ ਤੇ ਦੇਖਦੇ ਹੋ ਤੁਸੀਂ ਜਦੋਂ ਕੰਮ ਹੁੰਦੇ ਆ, ਕਿਉਂਕਿ ਇੱਕ ਸਟਾਰਟਿੰਗ ਵਾਲਾ ਸਮਾਂ ਹੁੰਦਾ ਹੈ ਔਰ ਉਦੋਂ ਲੋਕ ਡਿਮਾਂਡ ਕਰਦੇ ਕਿ ਹੁਣ ਉਹ ਤੋਂ ਕੰਮ ਸ਼ੁਰੂ ਹੋ ਜਾਣੇ ਚਾਹੀਦੇ ਆ, ਪਰ ਹੁੰਦਾ ਆਮ ਤੌਰ ਤੇ ਇਹੀ ਹੈ ਕਿ ਆਖਰ ਤੇ ਆ ਕੇ ਸ਼ੁਰੂ ਹੁੰਦੇ ਆ। ਦੇਖੋ, ਸਾਡਾ ਸਾਰਿਆਂ ਦੀ ਇੱਕ ਮਨ ਦੀ ਇੱਛਾ ਤੇ ਹੀ ਹੁੰਦੀ ਹੈ ਨਾ ਕਿ ਜਦੋਂ ਗਵਰਨਮੈਂਟ ਚੇਂਜ ਹੁੰਦੀ ਹੈ ਤਾਂ ਅਸੀਂ ਚੇਂਜ ਇਸ ਵਾਸਤੇ ਕਰਦੇ ਹਾਂ ਕਿ ਪਹਿਲੀ ਗਵਰਨਮੈਂਟ ਜਾਊਗੀ, ਦੂਜੀ ਗਵਰਨਮੈਂਟ ਆਊਗੀ, ਤਾਂ ਉਹਦੇ ਆਉਣ ਦੇ ਨਾਲ ਜਿਹੜੇ ਸਾਡੇ ਵਿਕਾਸ ਕਾਰਜ ਵੀ ਹੋਣਗੇ, ਸਾਡੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਜਿਹੜਾ ਰੁਜ਼ਗਾਰ ਮਿਲੂਗਾ। ਬਾਕੀ ਜਿਹੜੀਆਂ ਸਾਡੀਆਂ ਗਰੀਬੀ ਹੈਗੀ, ਅਨਪੜ੍ਹਤਾ ਹੈਗੀ ਹੈ, ਉਹ ਬਸ ਸਮੱਸਿਆਵਾਂ ਦਾ ਵੀ ਹੱਲ ਹੋਊਗਾ ਕਿਤੇ ਨਾ ਕਿਤੇ। ਬਟ ਹੁੰਦਾ ਕਿ ਸਰਕਾਰਾਂ ਕੀ ਕਰਦੀਆਂ, ਪਹਿਲਾਂ ਤੋਂ ਆਰਾਮ ਨਾਲ ਸੌਂ ਜਾਂਦੀਆਂ, ਕੁੰਭ ਕਰਨੀ ਨਹੀਂ। ਜਿਹੜੇ ਲਾਸਟ ਵਾਲੇ ਟਾਈਮ ਜਦੋਂ ਆਉਂਦਾ ਤਾਂ ਲਾਸਟ ਟਾਈਮ ਤੇ ਆਣ ਕੇ ਫਿਰ ਵਾਅਦਿਆਂ ਦੀ ਝੜੀ, ਫਿਰ ਲਾਰੇ, ਫਿਰ ਉਸ ਤੋਂ ਬਾਅਦ ਡਿਵੈਲਪਮੈਂਟ ਆ, ਫਿਰ ਮੈਨੀਫੈਸਟੋ 'ਚ ਐਲਾਨ ਕਰ ਦਿੱਤੇ ਜਾਂਦੇ। ਹਾਂ, ਸਮਾਂ ਸੀਮਾ ਜ਼ਰੂਰ ਹੋਣੀ ਚਾਹੀਦੀ। ਤੁਹਾਡੇ ਇਹ ਚਾਹੀਦਾ ਕਿ ਜਦੋਂ ਤੋਂ ਸਰਕਾਰ ਅਗਵਾਈ ਕਰਦੀ ਹੈ ਤਾਂ ਉਸ ਵੇਲੇ ਤੋਂ ਸ਼ੁਰੂ ਕਰੇ, ਤਾਂ ਕਿ ਲੋਕ ਸਮਝਣ ਵੀ ਇਹ ਸਰਕਾਰ ਆਈ ਤਾਂ ਹੋਇਆ। ਲਾਸਟ ਤੇ ਆਣ ਕੇ ਸਾਰੀਆਂ ਸਰਕਾਰਾਂ ਦਾ ਸਾਡੇ ਸਿਸਟਮ ਹੀ ਇਹੀ ਦਿੰਦਾ ਹੈ ਕਿ ਅਸੀਂ ਸਾਰੀਆਂ ਸਰਕਾਰਾਂ ਆਣ ਕੇ ਲਾਸਟ ਤੇ ਆਣ ਕੇ ਸ਼ੁਰੂ ਤਾਂ ਵੇਲੇ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਨੂੰ ਕਦੋਂ ਯਾਦ ਕੀਤਾ। ਹਾਂ, ਵੋਟਾਂ ਲੈ ਕੇ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਨਾ ਵੀ ਹੁਣ ਸਾਨੂੰ ਵੋਟਾਂ ਪਾਈਆਂ ਤਾਂ ਹੁਣ ਤੋਂ ਅਸੀਂ ਡਿਵੈਲਪਮੈਂਟ ਸ਼ੁਰੂ ਕਰੀਏ, ਤਾਂ ਕਿ ਅੱਗੇ ਕਹਿਣ ਦੀ ਲੋੜ ਹੀ ਨਾ ਪਵੇ। ਅਸੀਂ ਤਾਂ ਉਦੋਂ ਕਰਦੇ ਕਿ ਹੁਣ ਜੇ ਉੱਠੇ ਆ ਨੀਂਦ ਚੋਂ ਤਾਂ ਹੁਣ ਭੱਜ ਲਓ ਜੀ, ਹੈਨਾ। ਉਹ ਸਥਿਤੀ ਨਹੀਂ ਹੋਣੀ ਚਾਹੀਦੀ। ਕੀ ਨਾਮ ਹੈ ਬਾਬਾ ਜੀ ਤੁਹਾਡਾ? ਟੀਰਾ ਸਿੰਘ ਹੈ ਜੀ। ਕਿੱਥੇ ਦੇ ਰਹਿਣ ਵਾਲੇ ਹੋ? ਇੱਥੇ ਮਲੋਟ ਸ਼ਹਿਰ ਦੇ ਲੋਕਲ ਜੀ। ਹੋਇਆ ਕੋਈ ਕੰਮ ਮਲੋਟ ਦੇ? ਕੁਛ ਤੁਹਾਨੂੰ ਐ ਲੱਗਾ ਵੀ 5 ਸਾਲਾਂ ਦੇ ਵਿੱਚ ਕੁਝ ਚੇਂਜ ਹੋਇਆ ਮਲੋਟ ਦੇ ਵਿੱਚ? ਚੇਂਜ ਕੀ ਹੋਣਾ ਜੀ, ਉਹੀ ਚੱਲੀ ਜਾਂਦਾ ਹੈਗਾ। ਸੜਕਾਂ ਨਾਲ ਹੋਈ ਜਾਂਦਾ ਬਸ ਇਕੱਲਾ, ਕੁਛ ਨਹੀਂ ਚੇਂਜ ਹੋਇਆ। ਕੁਛ ਨਹੀਂ ਚੇਂਜ ਹੋਇਆ। ਸੜਕਾਂ ਨਾਲ ਮਾੜਾ ਮੋਟਾ ਚੱਲੀ ਤੁਹਾਡੇ ਜਾਂਦਾ। ਐਮਐਲਏ ਨੇ ਅਜੈਬ ਸਿੰਘ ਭੱਟੀ, ਡਿਪਟੀ ਸਪੀਕਰ ਹੈ ਨੇ ਸਰਕਾਰ ਦੇ ਵਿੱਚ। ਤੁਹਾਨੂੰ ਲੱਗਾ ਕਿ ਉਹਨਾਂ ਨੇ ਕੁਝ ਐਸਾ ਕੀਤਾ ਮਲੋਟ ਦੇ ਵਿੱਚ, ਕੋਈ ਨਵੀਂ ਇੰਡਸਟਰੀ ਲਿਆਂਦੀ ਜਾਂ ਕੋਈ ਕਾਲਜ ਵਗੈਰਾ ਬਣਾਏ ਜਾਂ ਪੁਲ ਵਗੈਰਾ, ਕੋਈ ਤੁਹਾਡੀ ਆਉਣ ਜਾਣ ਦੀ ਸੁਵਿਧਾ ਨਹੀਂ ਸੌਖਾ ਕੀਤਾ ਹੋਵੇ? ਨਾ ਜੀ, ਕੁਛ ਅਸੀਂ ਤਾਂ ਕੋਈ ਵੇਖਿਆ ਨਹੀਂ ਜੀ। ਕੁਛ ਨਹੀਂ ਪਤਾ ਲੱਗਾ? ਕੁਛ ਨਹੀਂ ਪਤਾ ਲੱਗਾ। ਇਹ ਕਹਿ ਰਹੇ ਨੇ ਕਿ ਬਹੁਤ ਸਾਰੇ ਕੰਮ ਹੋਏ ਨੇ ਇੱਥੇ ਮਲੋਟ ਦੇ ਵਿੱਚ, ਪੁਲ ਬਣਿਆ, ਹੋਰ ਬਹੁਤ ਸਾਰੀਆਂ ਸੜਕਾਂ ਜਿਹੜੀਆਂ ਨੇ ਉਹਨਾਂ ਦਾ ਕੰਮ ਚੱਲ ਰਿਹਾ। ਕੀ ਕੰਮ ਚੱਲ ਰਿਹਾ ਜੀ? ਸਭ ਕੁਛ, ਬੱਚੇ ਵੀ ਉਵੇਂ ਤੁਰੇ ਫਿਰਦੇ। ਨਸ਼ੇ ਤੇ ਕੋਈ ਕੰਟਰੋਲ ਹੋਇਆ ਮਲੋਟ ਦੇ ਵਿੱਚ? ਨਸ਼ੇ ਦੇ ਹਾਲਾਤ? ਹਾਂ, ਨਸ਼ੇ ਬਹੁਤ ਆ ਜੀ। ਚਿੱਟਾ ਜਿੰਨਾ ਮਰਜ਼ੀ ਲੈ ਲਓ ਇੱਥੋਂ। ਅੱਛਾ, ਹਾਂ, ਕੋਈ ਕੰਟਰੋਲ ਨਹੀਂ? ਕੋਈ ਕੰਟਰੋਲ ਨਹੀਂ ਜੀ। ਸਾਰੇ ਮੇਰੇ ਸਾਹਿਬ ਨੇ ਕੋਈ ਕੋਸ਼ਿਸ਼ ਨਹੀਂ ਕੀਤੀ? ਕੋਈ ਕੋਸ਼ਿਸ਼ਾਂ ਕਰ ਰਹੀਆਂ ਜੀ। ਬੱਚੇ ਮਰੀ ਜਾਂਦੇ ਲੋਕਾਂ ਦੇ ਨਸ਼ੇ ਖਾ ਕੇ, ਠੀਕ ਹੈ ਨਾ ਜੀ। ਫਿਰ ਹੁਣ ਵੋਟਾਂ ਪਾਉਣੀਆਂ, ਕੀ ਸੋਚ ਕੇ ਵੋਟ ਪਾਓਗੇ? ਕੀ ਮਨ ਦੇ ਵਿੱਚ ਕੀ ਚੱਲੂਗਾ ਉਸ ਵੇਲੇ
ਕਿਉਂਕਿ ਜਦੋਂ ਵੀ ਵੋਟ ਪਾਉਣੇ ਆ ਲੋਕ ਨਿਰਾਸ਼ ਹਤਾਸ਼ ਨਜ਼ਰ ਆਉਂਦੇ ਆ। ਹੁਣ ਕੀ ਸੋਚ ਕੇ ਵੋਟ ਪਾਓਗੇ? ਇਹ ਤਾਂ ਹੈ ਜੀ ਵੀ ਜੇ ਕਿਸੇ ਗਰੀਬ ਦਾ ਕੰਮ ਹੋਈ, ਚੰਗੇ ਕੰਮ ਹੋਣਗੇ, ਕੋਈ ਕਾਲਜ ਬਣ ਗਏ ਜਾਂ ਕਿਸੇ ਨੂੰ ਮੰਨ ਲਓ ਮਿਹਨਤ ਕਰਨ ਵਾਸਤੇ ਕੋਈ ਫੈਕਟਰੀਆਂ ਲੱਗਣ, ਅਸੀਂ ਤਾਂ ਚਾਹੁੰਦੇ ਜੀ ਬਸ। ਹੋਰ ਕੀ ਅਸੀਂ ਇੰਡਸਟਰੀ ਆਵੇ। ਇੰਡਸਟਰੀ ਆਵੇ ਜੀ, ਇਹੀ ਸੋਚਦੇ ਜੀ। ਮੰਨ ਲਓ ਕੋਈ ਫੈਕਟਰੀਆਂ ਲੱਗਣ, ਜਿਵੇਂ ਅਬ ਲੋਕ ਫਿਰਦੇ ਬੇਕਾਰ, ਵੀ ਇਹਨਾਂ ਦਾ ਕੰਮ ਚੱਲੇ, ਇੰਨਾ ਕਹਿੰਦਾ ਹੋਇਆ ਬਸ। ਠੀਕ ਹੈ, ਕਹਿੰਦੇ ਇੰਡਸਟਰੀ ਦੀ ਕਮੀ ਹੈ, ਇੰਡਸਟਰੀ ਲੱਗਣੀ ਜ਼ਰੂਰੀ ਹੈ ਔਰ ਇਹ ਜ਼ਰੂਰੀ ਵੀ ਹੈ ਕਿ ਸਾਡੀ ਬੇਰੁਜ਼ਗਾਰੀ ਖਤਮ ਹੋਵੇ। ਇੰਡਸਟਰੀ ਬੜੀ ਜ਼ਰੂਰੀ ਹੈ ਔਰ ਮਲੋਟ ਦੇ ਲੋਕ, ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੋਂ ਲੰਘਣ ਵਾਲੇ ਲੋਕਾਂ ਨਾਲ ਵੀ ਗੱਲਬਾਤ ਕਰੀਏ ਕਿਉਂਕਿ ਬਹੁਤ ਜ਼ਰੂਰੀ ਆ। ਹੁਣੇ ਕਿਸਾਨ ਅੰਦੋਲਨ ਖਤਮ ਹੋਇਆ ਔਰ ਉਹਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਜਿਹੜੇ ਆਮ ਲੋਕ ਨੇ ਉਹ ਲੀਡਰ ਬਣ ਕੇ ਨਿਕਲੇ ਆ। ਜਾਣੀ ਉਹ ਲੀਡਰਾਂ ਨੂੰ ਸਵਾਲ ਕਰਦੇ ਨੇ, ਜਿਹੜੇ ਸਿਆਸੀ ਲੀਡਰ ਹੈ ਉਹਨਾਂ ਨੂੰ ਵੀ ਸਵਾਲ ਕਰਦੇ ਨੇ ਔਰ ਉਹਨਾਂ ਨੂੰ ਜਵਾਬ ਵੀ ਵਾਜਬ ਲੋੜਦੇ ਆ ਉਹ ਕਿ ਸਾਨੂੰ ਵਾਜਬ ਉਸ ਤਰ੍ਹਾਂ ਦੇ ਜਵਾਬ ਵੀ ਮਿਲਣੇ ਚਾਹੀਦੇ ਆ। ਪਰ ਕੀ ਐਸਾ ਹੋ ਰਿਹਾ ਕਿ ਸੱਚੀ ਮੁੱਚੀ ਲੀਡਰ ਬਣੇ ਨੇ ਲੋਕ ਜਾਂ ਫਿਰ ਸਿਰਫ ਇਹ ਅਖਬਾਰੀ ਗੱਲਾਂ ਹੋ ਗਈਆਂ? ਇਹ ਜਿਹੜੀਆਂ ਨੇ ਇਹ ਸਿਰਫ ਤੇ ਸਿਰਫ ਗੱਲਾਂ ਜਿਹੜੀਆਂ ਨੇ ਉਹ ਐਦਾਂ ਬਣ ਗਈਆਂ ਕਿ ਠੀਕ ਹੈ ਜਿਸ ਵੇਲੇ ਅੰਦੋਲਨ ਚੱਲਦਾ ਸੀ ਉਸ ਵੇਲੇ ਸੀ। ਆਪਾਂ ਬਾਪੂ ਜੀ ਨੂੰ ਰੋਕਦੇ ਹਾਂ। ਸਤਿ ਸ਼੍ਰੀ ਅਕਾਲ ਬਾਪੂ ਜੀ, ਕੀ ਹਾਲ ਚਾਲ ਹੈ ਜੀ? ਬਾਪੂ ਜੀ ਕੀ ਨਾਮ ਹੈ ਤੁਹਾਡਾ, ਕਿੱਥੋਂ ਦੇ ਰਹਿਣ ਵਾਲੇ ਹੋ? ਪਿੰਡ ਇਨਾ ਖੜਾ ਇੱਥੇ ਮਲੋਟ ਦਾ ਹੀ ਪਿੰਡ ਹੈ ਇਹਨਾਂ? ਨਹੀਂ ਇੱਧਰ ਮੁਕਤਸਰ ਰੋਡ ਤੇ ਮੁਕਤਸਰ ਰੋਡ ਤੇ ਆ। ਅੱਛਾ ਬਾਪੂ ਜੀ, ਆਪਾਂ ਸਰਕਾਰ ਬਾਰੇ ਗੱਲ ਕਰ ਰਹੇ ਹਾਂ ਵੀ ਸਰਕਾਰ ਨੇ 5 ਸਾਲਾਂ ਦੇ ਵਿੱਚ ਕੁਝ ਐਸਾ ਤੁਹਾਨੂੰ ਲੱਗਾ ਕਿ ਸਰਕਾਰ ਨੇ ਬਹੁਤ ਚੰਗਾ ਕੀਤਾ ਪੰਜਾਬ ਦੇ ਵਿੱਚ? ਕੀ ਪਤਾ ਹੀ ਨਹੀਂ ਆਪਾਂ ਦਾ ਨਪੜ ਹੈਗੇ ਐਵੇਂ ਤੈਨੂੰ ਆਖਦੇ ਠੀਕ ਹੈ ਨਾ। ਸਰਕਾਰ ਦੇ ਕੰਮਾਂ ਦਾ ਪਤਾ ਹੋਊ ਨਾ। ਅੰਦੋਲਨ ਚੱਲਿਆ, ਅੰਦੋਲਨ ਚ ਲੜੇ, ਅਸੀਂ ਫੇਰ ਜਿੱਤੇ। ਕੀ ਪੰਜਾਬ ਦੀ ਸਰਕਾਰ ਨੇ ਵੀ ਕੁਝ ਕੀਤਾ? ਨਾ ਮੈਨੂੰ ਨਹੀਂ ਨਾ ਐਵੇਂ ਤੈਨੂੰ ਆਖਾਂ ਮੈਂ। ਠੀਕ ਹੈ, ਇਹ ਅਸੀਂ ਇਸੇ ਕਰਕੇ ਖੁੱਲੀ ਦੁਕਾਨ ਲਾਈ ਹੋਈ ਹੈ ਕਿ ਲੋਕਾਂ ਦਾ ਵੀ ਅਸੀਂ ਨਾ ਥੋੜਾ ਜਿਹਾ ਸਮਝ ਸਕੀਏ। ਇਹ ਰਿਐਲਿਟੀ ਚੈੱਕ ਲੋਕਾਂ ਦਾ ਵੀ ਆ ਕਿ ਲੋਕ ਕੀ ਸੋਚਦੇ ਆ। ਸਤਿ ਸ਼੍ਰੀ ਅਕਾਲ ਬਾਪੂ ਜੀ। ਸ੍ਰੀ ਅਕਾਲ ਜੀ। ਕੀ ਨਾਮ ਆ ਬਾਪੂ ਜੀ? ਮੇਰਾ ਨਾਮ ਬਲਦੇਵ ਸਿੰਘ ਹੈ। ਇੱਥੇ ਦੀ ਰਹਿਣ ਵਾਲੇ ਹੋ? ਹਾਂਜੀ ਪਿੰਡ ਕਿੰਗਰਾ ਮੇਰਾ ਅੱਛਾ, ਮਲੋਟ ਚ ਹੀ ਪੈਂਦਾ ਜਾਣੀ? ਮਲੋਟ 'ਚ ਪੈਂਦਾ ਜੀ। ਅੱਛਾ ਬਾਪੂ ਜੀ, ਕੁਝ ਸੁਧਰਿਆ ਤੁਹਾਡੇ ਪਿੰਡ ਦੇ ਵਿੱਚ? ਕੋਈ ਡਿਵੈਲਪਮੈਂਟ ਹੋਈ ਹੈ? ਡਿਵੈਲਪਮੈਂਟਾਂ ਤਾਂ ਹੋਈਆਂ ਪਰ ਨੌਜਵਾਨਾਂ ਵਾਸਤੇ ਕੁਝ ਨਹੀਂ ਗਾ। ਸਾਰਿਆਂ ਨਾਲੋਂ ਵੱਡਾ ਹੈਗਾ ਰੁਜ਼ਗਾਰ ਮਿਲੇ ਨਾ, ਸਾਰਾ ਕੁਝ ਅਸੀਂ ਆਪੇ ਬਣਾ ਲਾਂਗੇ ਜੀ, ਗੱਲ ਕੋਈ ਨਹੀਂ ਗਾ। ਕਰਨੀ ਸਾਡੇ ਵਾਸਤੇ ਹੈ। ਜਦੋਂ ਰੁਜ਼ਗਾਰ ਨਹੀਂ ਗਾ ਕੁਝ ਨਹੀਂ ਇੱਥੇ ਬਣਿਆ ਦੁਨੀਆ ਦੇ ਵਿੱਚ, ਠੀਕ ਹੈ ਨਾ। ਰੁਜ਼ਗਾਰ ਕਿਵੇਂ ਆਊ? ਕੋਈ ਇੰਡਸਟਰੀ ਦੀ ਮੰਗ ਕੀਤੀ ਹੈ ਕਦੇ ਐਮਐਲਏ ਤੋਂ ਜਾਂ ਕਿਸੇ ਲੀਡਰ ਤੋਂ ਕੋਈ ਮੰਗ ਕੀਤੀ ਹੈ? ਮੰਗਾਂ ਕੀਤੀਆਂ ਪਰ ਇਹਨਾਂ ਨੇ ਕੀਤਾ ਕੁਝ ਨਹੀਂ ਗਾ। 2 ਸਰਕਾਰਾਂ ਇਹ ਅਕਾਲੀ ਦਲ, ਭਾਜਪਾ ਤੇ ਕਾਂਗਰਸ, ਇਹਨਾਂ ਨੇ ਕੁਝ ਨਹੀਂ ਕੀਤਾ ਗਾ। ਹੁਣ ਤਾਂ ਇਹਨਾਂ ਵੀ 4.5 ਸਾਲ ਕੈਪਟਨ ਰਿਹਾ, ਡੱਕਾ ਨਹੀਂ ਤੋੜਿਆ ਉਹਨੇ, ਇੱਕ ਡੱਕਾ ਨਹੀਂ ਤੋੜਿਆ। ਹੁਣ ਇਹ ਲਾਹਨਤ ਤਾਂ ਕਰੀ ਜਾਂਦੇ ਆ ਕਾਂਗਰਸ ਵਾਲੇ ਪਰ ਹੁੰਦੇ ਨਹੀਂ। ਮੈਂ ਮੂੰਹ ਤੇ ਕਹਿੰਦਾ ਗੱਲ ਹੈ ਪਰ ਇਹ ਹੁੰਦੇ ਨਹੀਂ। ਕਾਂਗਰਸ ਵਾਲਿਆਂ ਦਾ ਜਿੰਨਾ ਮਰਜ਼ੀ ਹੋ ਰਹੇ ਨੇ ਪਰ ਉਹਨਾਂ ਅਸੀਂ ਬਦਲਾਅ ਚਾਹੁੰਦੇ ਆ। ਪਰ ਉਹਨਾਂ ਕੋਲੇ ਸਮਾਂ ਵੀ ਘੱਟ ਹੈ ਨਾ। ਨਹੀਂ ਸਮਾਂ ਤਾਂ 4.5 ਇਹਨਾਂ ਦੇ ਕੋਲੇ ਸੀਗੇ, ਉਦੋਂ ਕਿੱਧਰ ਗਏ ਸੀ ਇਹ? ਹੈਂ 4.5 ਸਾਲ ਇਹਨਾਂ ਕੋਲੇ ਸੀਗੇ, ਕਿੱਧਰ ਗਏ ਸੀ ਇਹ? ਹੈਂ ਪਰ ਹੁਣ ਵਾਲੇ ਬਹਾਨਾ ਮਾਰਦੇ ਆ ਕਿ ਚਰਨਜੀਤ ਚੰਨੀ ਹੋਰੇ ਦਾ ਇਹ ਪਰ ਨਾ ਸਟੇਜ ਤੋਂ ਆਪਸ ਵਿੱਚ ਇਹ ਇਹਨਾਂ ਦੇ ਬਣਦੀ ਨਹੀਂ। ਇਸ ਆਪਸ ਦੀ ਚੰਨੀ ਦਾ ਬਿਆਨ ਹੋਰ ਹੈ, ਸਿੱਧੂ ਦਾ ਬਿਆਨ ਹੋਰ ਹੈ। ਆਪਸ 'ਚ ਲੜੀ ਆਪਸ ਵਿੱਚ ਦੀ ਲੜੀ ਜਾਂਦੇ ਆ ਇਹ। ਬਾਜਵਾ ਹੋਰ ਥਾਂ, ਜਾਖੜ ਹੋਰ ਥਾਂ, ਇਹਨਾਂ ਦੇ ਆਪਸ ਵਿੱਚ ਦੀ ਸੱਤਰੀ ਨਹੀਂ ਪੈਂਦੀ। ਉਹਦੇ ਨਾਲ ਨੁਕਸਾਨ ਪੰਜਾਬ ਦਾ, ਨੁਕਸਾਨ ਤੀਜਾ ਬਦਲ ਆਵੇ, ਤੀਜਾ ਬਦਲ ਚਾਹੁੰਦੇ ਅਸੀਂ। ਕਿਹਨੂੰ ਦੇਖਦੇ ਹੋ ਤੀਜਾ? ਅਸੀਂ ਆਮ ਆਦਮੀ ਪਾਰਟੀ ਨੂੰ ਚਾਹੁੰਦੇ ਹਾਂ। ਆਮ ਆਦਮੀ ਪਾਰਟੀ ਤੇ ਉਮੀਦ ਰੱਖਦੇ ਹੋ ਕਿ ਉਹ ਸਵਾਰ ਇਹਦਾ ਜੀ ਦਿੱਲੀ ਬਥੇਰਾ ਕਾਉਂਸ ਕੀਤਾ ਨੇ, ਦਿੱਲੀ ਜਿੰਨਾ ਕਹਿੰਦੇ ਉਹਨਾਂ ਹੀ ਕੀਤਾ ਨੇ। ਯਾਨੀ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਸੁਧਾਰ ਸਕਦੀ ਹੈ? ਸਾਨੂੰ ਗਰੀਬਾਂ ਵਾਸਤੇ ਨਾ, ਸਾਨੂੰ ਸਿਹਤ ਜਿਹੜੀ ਸਹੂਲਤ ਹੈ ਇੱਕ ਇਹ ਹੈ, ਸਾਡੀ ਪੜ੍ਹਾਈ ਹੈ, ਇਹ ਸਹੂਲਤ ਸਾਨੂੰ ਚਾਹੀਦੀ ਹੈ, ਠੀਕ ਹੈ ਨਾ। ਦੂਜਾ ਇਹਨਾਂ ਨੇ ਸਕੂਲਾਂ ਵਾਸਤੇ ਕਿੰਨਾ ਸਿਸਟਮ ਵਧੀਆ ਕੀਤਾ ਹੈ, ਫਰੀ ਪੜ੍ਹਾਈ ਹੈ ਇਹਨਾਂ ਨੇ ਕੀਤਾ ਕੋਈ ਨਹੀਂ। 70 ਸਾਲ ਖਾਧਾ ਲੋਕਾਂ ਨੂੰ, ਅਸੀਂ ਤਾਂ ਮੂੰਹ ਤੇ ਕਹਿਣੇ ਜੇ ਇਹਦੇ ਗੱਲ ਗੁੱਸਾ ਤਾਂ ਕਰੀਏ ਕੋਈ ਨਹੀਂ। ਕਾਂਗਰਸ ਦੇ ਵੱਲੋਂ ਜਿਹੜਾ ਕੁਝ ਕਿਹਾ ਗਿਆ ਕਿ ਬਿਜਲੀ ਦੇ ਬਿੱਲ ਮਾਫ ਕਰਤੇ, 2 ਕਿਲੋਵਾਟ ਤੋਂ ਘੱਟ ਵਾਲਿਆਂ ਦੇ 3 ਰੁਪਏ ਬਿਜਲੀ ਮਾਫ ਕਰਤੀ, ਘੱਟ ਕਰਤੀ, ਸਸਤੀ ਕਰਤੀ, ਉਹਨੂੰ ਤੁਸੀਂ ਠੀਕ ਨਹੀਂ ਮੰਨਦੇ ਕਿ ਹਾਂ ਪੰਜਾਬ ਇਹ ਲੋਲੀਪੌਪ ਹੈ? ਕੋਈ ਨਹੀਂ ਕੀਤਾ ਕਿਸੇ ਦਾ। ਹੁਣ ਇਹ ਕਰਦੇ ਆ, ਪਹਿਲਾਂ ਕਿਧਰ ਗਏ, ਮੁੜ ਕੇ ਪਿੱਛੋਂ ਇਹਨਾਂ ਨੇ ਫੇਰ ਲਾ ਦਿੰਦੇ ਆ। ਵਾਟਰ ਵਾਸਤੇ ਜਿਹੜੇ ਬਿੱਲ ਸੀ ਨਾ, ਵਾਟਰ ਵਾਸਤੇ ਬਿੱਲ ਜਦੋਂ ਬਾਦਲਾਂ ਦੀ ਸਰਕਾਰ ਗਈ ਹੈ ਉਦੋਂ 70 ਰੁਪਏ ਸੀ, ਇਹਨਾਂ ਨੇ 250 ਰੁਪਏ ਕਰਤਾ ਸੀਗਾ ਇੱਥੇ ਆ ਕੇ।
ਤੇ ਹੁਣੇ ਆ ਕੇ ਮਹੀਨੇ ਕੇ ਪਿੱਛੇ ਆ ਕੇ ਮਾਫ ਕਰ ਰਹੇ ਆ ਇਹ। ਕੀ ਗੱਲ ਬਈ, ਹੱਥੋਂ ਤੁਹਾਨੂੰ ਠੱਗ ਕੇ ਹੁਣ ਸਾਨੂੰ ਮਾਫ ਕਰ ਰਹੇ ਆ ਇਹ। ਹੈਂ, ਸਾਨੂੰ ਠੱਗ ਕੇ ਪਹਿਲਾਂ ਠੱਗਿਆ, ਫਿਰ ਹੁਣ ਮਾਫ ਕਰ ਰਹੇ ਆ ਇਹ। ਕਿਉਂ ਬਈ, ਕੀ ਗੱਲ ਹੈਗੀ? ਬਿਲਕੁਲ ਸਹੀ। ਫਿਰ ਇਹਨਾਂ ਦੀ ਚੱਲੂਗੀ। ਨੌਜਵਾਨ ਵੀ ਖੜੇ ਨੇ। ਅੱਜ ਇਹ ਐਂ ਕਰ ਰਹੇ ਆ, ਜਦੋਂ ਨਵੀਂ ਸਰਕਾਰ ਬਣ ਗਈ ਇਹਨਾਂ ਦੀ ਮੰਨ ਲਓ ਇਹਨਾਂ ਦੀ ਬਣ ਗਈ ਹੈ, ਇਹਨਾਂ ਨੇ ਫਿਰ ਉਵੇਂ ਕਰ ਦੇਣਾ, ਲਾ ਦੇਣੇ ਆ। ਭਈ ਇਹਨਾਂ ਸਰਕਾਰਾਂ ਦਾ ਬਣ ਗਿਆ ਵੀ ਕੋਈ ਕਾਨੂੰਨ ਹੈ ਨਹੀਂ ਇਹਨਾਂ ਦਾ, ਕੋਈ ਕਾਨੂੰਨ ਤਾਂ ਜਿਹੜੀ ਸਰਕਾਰ ਬਣ ਗਈ ਉਹਨੇ ਚਲਾਉਣਾ ਨਵਾਂ ਕਾਨੂੰਨ ਨਹੀਂ ਇਹਨਾਂ ਦਾ। ਕਾਨੂੰਨ ਇਹਨਾਂ ਦਾ ਕਰਦੇ ਗੱਲ। ਨੌਜਵਾਨ ਵੀ ਆ ਵੀਰੇ, ਕੋਈ ਕੀ ਡਿਮਾਂਡ ਕੀ ਕਰਦੇ ਹੋ, ਜਾਂ ਕੀ ਸੋਚਿਆ ਸੀ ਜਦੋਂ ਸਰਕਾਰ ਬਣੂਗੀ, ਨਵੀਂ ਸਰਕਾਰ ਬਣੀ ਸੀ, ਕੋਈ ਰੁਜ਼ਗਾਰ ਮਿਲੂਗਾ, ਕੁਝ ਲੱਗਾ ਇਹੋ ਜਿਹਾ ਕਿ 5 ਸਾਲਾਂ ਦੇ ਵਿੱਚ ਕੁਝ ਨੌਜਵਾਨਾਂ ਵਾਸਤੇ ਕੀਤਾ ਸਰਕਾਰ ਨੇ? ਜਦੋਂ ਸਰਕਾਰ ਬਣੀ ਸੀ ਉਦੋਂ ਤਾਂ ਐਂ ਲੱਗਦਾ ਸੀ ਵੀ ਕੁਝ ਵੱਖਰੀ ਚੀਜ਼ ਕਰਨਗੇ, ਕਿਉਂਕਿ 10 ਸਾਲ ਪਹਿਲਾਂ ਵੀ ਅਕਾਲੀ ਭਾਜਪਾ ਦੀ ਸਰਕਾਰ ਰਹੀ ਸੀ ਤੇ ਮੁੜ ਕੇ ਜਦੋਂ ਇਹਨਾਂ ਨੇ ਵਾਅਦੇ ਕੀਤੇ ਵੀ ਮਤਲਬ ਉਦੋਂ ਸਾਨੂੰ ਲੱਗਿਆ ਵੀ ਇਹ ਸਰਕਾਰਾਂ ਕੁਝ ਕਰਨਗੀਆਂ, ਵੀ ਮਤਲਬ ਜੌਬ ਲਈ ਵੀ ਕਰਨਗੇ ਕੁਝ ਨੌਜਵਾਨਾਂ ਨੂੰ। ਵੀ ਸਭ ਤੋਂ ਵੱਡੀ ਬੇਰੁਜ਼ਗਾਰੀ ਦੀ ਪ੍ਰੋਬਲਮ ਹੀ ਹੈ ਇੱਥੇ, ਇਸ ਕਰਕੇ ਲੋਕ ਵੀ ਪੰਜਾਬ ਦਾ ਯੂਥ ਆ ਜਿਹੜਾ ਉਹ ਬਾਹਰ ਨੂੰ ਤੁਰ ਰਿਹਾ ਹੈਗਾ, ਵੀ ਉਹਨਾਂ ਨੂੰ ਪਹਿਲਾਂ ਇਹੀ ਸੀਗਾ ਵੀ ਸਾਨੂੰ ਕੋਈ ਜੌਬ ਮਿਲਣਗੀਆਂ ਇੱਥੇ, ਤੇ ਤਾਂ ਕਰਕੇ ਪਰ ਉਹ ਕੈਪਟਨ ਸਰਕਾਰ ਨੇ ਵੀ ਕੁਝ ਨਹੀਂ ਕੀਤਾ। ਸਭ ਤੋਂ ਵੱਡੀ ਸਮੱਸਿਆ ਇਹ ਹੱਲ ਸੀਗੀ ਵੀ ਜਦੋਂ ਅਸੀਂ ਅੰਦੋਲਨ 'ਚ ਤੁਰੇ ਸੀਗੇ, ਕਿਸਾਨਾਂ ਦੇ ਨਾਲ ਤੁਰੇ ਸੀ, ਉਦੋਂ ਸਾਡਾ ਕਿਸੇ ਵੀ ਪਾਰਟੀ ਨੇ ਕੋਈ ਸੰਯੋਗ ਨਹੀਂ ਦਿੱਤਾ। ਜਿਵੇਂ ਹੁਣ ਇੱਥੇ ਬਜ਼ੁਰਗ ਸੀ ਉਹ ਕਹਿ ਰਹੇ ਆ ਵੀ ਸਾਨੂੰ ਮਤਲਬ ਆਮ ਆਦਮੀ ਪਾਰਟੀ ਤੋਂ ਉਮੀਦਾਂ, ਸਾਨੂੰ ਕਿਸੇ ਪਾਰਟੀ ਤੋਂ ਉਮੀਦਾਂ ਨਹੀਂ। ਨਾ ਤਾਂ ਆਮ ਆਦਮੀ ਪਾਰਟੀ ਨੇ ਕੋਈ ਬਿਆਨ ਦਿੱਤੇ ਉਦੋਂ, ਨਾ ਮਤਲਬ ਕਾਂਗਰਸ ਪਾਰਟੀ ਨੇ ਕੋਈ ਬਿਆਨ ਦਿੱਤਾ, ਨਾ ਆਪਣੇ ਅਕਾਲੀ ਦਲ ਪਾਰਟੀ ਨੇ ਕੋਈ ਵੀ ਬਿਆਨ ਦਿੱਤਾ। ਠੀਕ ਆ, ਹੁਣ ਪਰ ਲੋਕਾਂ ਨੂੰ ਇੰਨੀ ਕੁ ਸਮਝ ਹੋਣੀ ਚਾਹੀਦੀ ਆ, ਜਿਹੜੀਆਂ ਪਾਰਟੀਆਂ ਸਾਡੇ ਨਾਲ ਖੜੀਆਂ ਅਸੀਂ ਉਹਨਾਂ ਨਾਲ ਤੁਰੀਏ। ਜੇ ਕੋਈ ਕਿਸਾਨ ਜਥੇਬੰਦੀ ਦਾ ਫੈਸਲਾ ਆਉਂਦਾ ਜਾਂ ਕੁਝ ਵੀ, ਜੇ ਕੋਈ ਕਿਸਾਨ ਜਥੇਬੰਦੀ ਕਹਿੰਦੀ ਆ ਵੀ ਸਾਨੂੰ ਇਹਨਾਂ ਨੂੰ ਵੋਟ ਪਾਉਣੀ ਚਾਹੀਦੀ ਹੈ ਜਾਂ ਇਹਨਾਂ ਨੂੰ, ਵੀ ਉਹਨਾਂ ਦੇ ਫੈਸਲੇ ਤੇ ਤੁਰਨਾ ਚਾਹੀਦਾ, ਕਿਉਂਕਿ ਮੇਨ ਮੁੱਦਾ ਪੰਜਾਬ 'ਚ ਕਿਸਾਨੀ ਦਾ। ਜੇ ਕਿਸਾਨੀ ਹੱਲ ਹੋਊਗੀ ਫੇਰ ਹੀ ਰੁਜ਼ਗਾਰ ਮਿਲੂਗਾ। ਤੁਹਾਨੂੰ ਯੂਨਿਟੀ ਨਾਲ ਤੁਰਨਾ ਪੈਣਾ, ਇਹ ਨਹੀਂ ਵੀ ਤੁਸੀਂ ਪਹਿਲਾਂ ਤਾਂ ਕਿਸਾਨਾਂ ਨਾਲ ਤੁਰ ਪਏ, ਠੀਕ ਆ, ਮੁੜ ਕੇ ਅਕਾਲੀਆਂ ਨਾਲ ਤੁਰ ਪਏ, ਮੁੜ ਕੇ ਕਾਂਗਰਸ ਨਾਲ ਤੁਰ ਪਏ। ਠੀਕ ਆ, ਮਤਲਬ ਸਾਨੂੰ ਸੋਚ ਸਮਝ ਕੇ ਹੀ ਵੋਟ ਦੇਣੀ ਪੈਣੀ ਆ। ਠੀਕ ਆ, ਅਸੀਂ ਕੋਈ ਬਦਲਾਅ ਨਹੀਂ, ਸਾਨੂੰ ਇਹ ਹੈ ਵੀ ਨਾ ਤਾਂ ਕਾਂਗਰਸ ਨੇ ਕੁਝ ਕੀਤਾ ਪਹਿਲੇ ਸਮਿਆਂ 'ਚ, ਨਾ ਅਕਾਲੀ ਦਲ ਨੇ ਕੁਝ ਕੀਤਾ, ਨਾ ਹੀ ਆਮ ਆਦਮੀ ਕੁਝ ਕਰੂਗੀ। ਇਹ ਸਾਨੂੰ ਪਤਾ ਹੈ ਵੀ ਆਮ ਆਦਮੀ ਪਾਰਟੀ ਕੁਝ ਨਹੀਂ ਕਰੂਗੀ, ਕਿਉਂਕਿ ਆਮ ਆਦਮੀ ਪਾਰਟੀ ਦਾ ਆਪਦਾ ਹੀ ਕੋਈ ਵੀ ਨਾ, ਉਹਨਾਂ ਦਾ ਕੋਈ ਸੀਐਮ ਚਿਹਰੇ ਦਾ ਹੈਗਾ, ਨਾ ਹੀ ਉਹਨਾਂ ਨੂੰ ਮਤਲਬ ਕੁਝ ਹੈਗਾ ਵੀ ਅਸੀਂ ਕਿੱਥੋਂ। ਜੇ ਸੀਐਮ ਚਿਹਰਾ ਐਲਾਨ ਹੋ ਜਾਂਦਾ ਫਿਰ ਮੰਨਦੇ ਹੋ ਕੁਝ ਕਰੂਗੀ? ਬਾਬਾ ਜੀ ਬੜੇ ਕੌਨਫੀਡੈਂਸ ਨਾਲ ਕਹਿ ਕੇ ਗਏ ਨੇ। ਜੇ ਸੀਐਮ ਚਿਹਰਾ ਐਲਾਨ ਹੁੰਦਾ ਫਿਰ ਉਹਨਾਂ ਨਾਲ ਵੋਟ ਬੈਂਕ ਜੁੜ ਸਕਦਾ, ਕਿਉਂਕਿ ਭਗਵੰਤ ਮਾਨ ਨੂੰ ਲੋਕ ਬਹੁਤ ਪਸੰਦ ਕਰਦੇ ਆ। ਠੀਕ ਆ, ਜੇ ਉਹ ਭਗਵੰਤ ਮਾਨ ਨੂੰ ਅੱਗੇ ਲਿਆਉਂਦੇ ਫਿਰ ਕੁਝ ਲੋਕ ਪਾ ਸਕਦੇ ਵੋਟ। ਠੀਕ ਆ, ਇਹ ਨਹੀਂ ਵੀ ਪੰਜਾਬ ਦੇ ਵਿੱਚ ਉਹ ਪਹਿਲੇ ਨੰਬਰ ਤੇ ਆ ਜੂਗੀ, ਕਿਉਂਕਿ ਕਾਂਗਰਸ ਤੇ ਅਕਾਲੀ ਦਲ ਆ ਜੋ, ਠੀਕ ਆ, ਇਹਨਾਂ ਦਾ ਹਜੇ ਵੀ ਵੋਟ ਬੈਂਕ ਹੈਗਾ, ਕਿਉਂਕਿ ਅਸੀਂ ਇਹ ਰੈਲੀਆਂ ਵੇਖਦੇ ਹੀ ਰਹੇ ਹਾਂ ਵੀ ਲੋਕ ਜਾਂਦੇ ਆ ਉਹਨਾਂ ਦੀਆਂ ਰੈਲੀਆਂ ਤੇ। ਠੀਕ ਆ, ਇਹ ਇਹਨਾਂ ਦਾ ਪਹਿਲੇ ਨੰਬਰ। ਰੈਲੀਆਂ ਦੇ ਇਕੱਠ ਨੂੰ ਵੋਟਾਂ ਮੰਨ ਲੈਣਾ ਚਾਹੀਦਾ? ਨਹੀਂ, ਵੋਟਾਂ ਨਹੀਂ ਮੰਨ ਲੈਣਾ ਚਾਹੀਦਾ, ਕਿਉਂਕਿ ਆਮ ਆਦਮੀ ਪਾਰਟੀ ਦੀਆਂ ਰੈਲੀਆਂ 'ਚ ਵੀ ਬਹੁਤ ਇਕੱਠ ਹੁੰਦਾ ਰਿਹਾ। ਪਰ ਨਹੀਂ, ਜੇ ਹਿਸਾਬ ਨਾਲ ਆਪਾਂ ਵੇਖੇ ਜਾਈਏ ਵੀ ਇਹ ਮਤਲਬ ਇਹ ਪਾਰਟੀਆਂ ਕਾਫੀ ਸਮੇਂ ਤੋਂ ਆ, ਜਿਵੇਂ 47 ਵੇਲੇ ਤੋਂ ਹੀ ਆ, 100 ਸਾਲ ਅਕਾਲੀ ਦਲ ਨੂੰ ਹੋ ਚੱਲੇ ਆ, ਤੇ ਕਾਂਗਰਸ ਪਾਰਟੀ ਸਭ ਤੋਂ ਪੁਰਾਣੀ ਆ। ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਨਵੀਂ ਆ। ਸਿਰਫ ਜੇ ਇਹ ਸੀਐਮ ਦਾ ਚਿਹਰਾ ਕਰਦੇ ਆ ਕੋਈ ਵੀ ਐਲਾਨ, ਫਿਰ ਤਾਂ ਇਹਦਾ ਵੋਟ ਬੈਂਕ ਬਣ ਸਕਦਾ ਹੈ। ਹੁਣ ਇਹ ਆਪਸ ਦੇ ਵਿੱਚ ਹੀ ਲੜ ਰਹੇ ਆ, ਨਾ ਇਹਨਾਂ ਨੂੰ ਕੋਈ ਪਤਾ ਵੀ ਸਾਡਾ ਸੀਐਮ ਕੌਣ ਆ। ਬਾਪੂ ਜੀ ਸੁਝਾਅ ਦੇ ਰਿਹਾ ਮੁੰਡਾ, ਬਹੁਤ ਵਧੀਆ। ਹਾਂਜੀ ਹਾਂਜੀ, ਕਹਿੰਦਾ ਸੀਐਮ ਤੋਂ ਬਿਨਾਂ ਗੱਲ ਨਹੀਂ ਬਣਨੀ, ਸੀਐਮ ਚਿਹਰੇ ਤੋਂ ਬਿਨਾਂ। ਸੀਐਮ ਕਰਾਂਗੇ ਜੀ, ਐਲਾਨ ਹੋਊਗਾ ਜ਼ਰੂਰ। ਇਹ ਚੋਣ ਜਾਬਤਾ ਲੱਗਣ ਦੇ ਨਾਲ ਦੀ ਨਾਲ ਐਲਾਨ ਹੋਊਗਾ, ਨਾਲ ਦੀ ਨਾਲ ਐਲਾਨ। ਹਾਂਜੀ ਹਾਂਜੀ ਹਾਂਜੀ, ਜ਼ਰੂਰ ਹੋਊਗਾ। ਬਾਬਾ ਜੀ ਕਾਫੀ ਕੌਨਫੀਡੈਂਟ ਨੇ, ਕਹਿੰਦੇ ਆਮ ਆਦਮੀ ਪਾਰਟੀ ਸੁਧਾਰ ਸਕਦੀ ਹੈ, ਤੀਜਾ ਬਦਲ। ਨਹੀਂ, ਸੁਧਾਰ ਤਾਂ ਮੰਨ ਲਓ, ਅਸੀਂ ਇਹ ਨਹੀਂ ਕਹਿੰਦੇ ਵੀ ਦਿੱਲੀ 'ਚ ਕੰਮ ਕੀਤੇ ਆ ਜਾਂ ਨਹੀਂ ਪਤਾ, ਆਪਾਂ ਨੂੰ ਨਹੀਂ ਪਤਾ ਵੀ ਦਿੱਲੀ 'ਚ ਕੰਮ ਕੀਤੇ ਆ ਕਿ ਨਹੀਂ। ਜੋ ਲੋਕਾਂ ਤੋਂ ਸੁਣਦੇ ਆ, ਲੋਕ ਕਹਿੰਦੇ ਆ ਕੀਤੇ ਆ, ਕਈ ਕਹਿੰਦੇ ਨਹੀਂ ਕੀਤੇ। ਠੀਕ ਆ, ਕਈਆਂ ਲਈ ਸ਼੍ਰੋਮਣੀ ਅਕਾਲੀ ਦਲ ਚੰਗੀ ਆ, ਕਈਆਂ ਲਈ ਕਾਂਗਰਸ ਚੰਗੀ ਆ, ਕਈਆਂ ਲਈ ਆਮ ਆਦਮੀ ਪਾਰਟੀ। ਆਪਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਜੀ ਸਤਿਗੁਰ ਦੇਵਰਾਜ ਜੀ, ਨਿਕਨੇਮ ਪੱਪੀ ਗਰਗ, ਸਾਬਕਾ ਪ੍ਰਧਾਨ ਮਿਊਨਿਸਪਲ ਕਮੇਟੀ ਮਲੋਟ। ਅੱਛਾ, ਤੁਸੀਂ ਪਹਿਲਾਂ ਦੱਸੋ ਕਿ ਤੁਸੀਂ ਮਿਊਨਿਸਪਲ ਕਮੇਟੀ ਦੇ ਵਿੱਚੋਂ, ਔਰ ਕੀ ਕਰਵਾਇਆ ਹੁਣ ਤੱਕ ਜਿਹੜਾ ਤੁਹਾਨੂੰ ਲੱਗੇ ਕਿ ਪਿਛਲੇ ਕਈ ਸਾਲਾਂ ਤੋਂ ਨਹੀਂ ਹੋਇਆ ਸੀ, ਤੁਸੀਂ ਕਰਵਾਇਆ? ਮੈਂ ਪਿਛਲੇ 15 ਸਾਲਾਂ ਤੋਂ ਪਹਿਲਾਂ ਸੀ ਪ੍ਰਧਾਨ, ਇਸ ਟਾਈਮ ਨਹੀਂ ਆ। ਉਦੋਂ ਅਸੀਂ ਬੜੀ ਕੋਸ਼ਿਸ਼ ਕਰਕੇ ਆ ਜਿਹੜਾ ਪੁਲ ਹੈ ਇਹ ਵੀ ਪਾਸ ਕਰਾਇਆ ਸੀ ਨੱਥੂ ਰਾਮ ਜੀ ਨੇ। ਉਸ ਤੋਂ ਬਾਅਦ ਜਿਹੜੇ ਸੈਂਟਰ 'ਚ ਲਾਈਟਾਂ ਦਿਖੀਆਂ ਇਹ ਵੀ ਸਾਡੀ ਮਿਊਨਿਸਪਲ ਕਮੇਟੀ ਵੇਲੇ ਲੱਗੀਆਂ ਸੀਗੀਆਂ। ਉਸ ਗੱਲ ਨੂੰ ਆਪਾਂ ਪਿੱਛੇ ਛੱਡੀਏ।
ਨਵੀਂ ਗੱਲ ਦੱਸੋ ਕੀ ਕਰਨ ਵਾਲੀ ਹੈ। ਅੱਛਾ ਚਲੋ ਹੁਣ ਦੇ ਕੰਮ ਦੱਸ ਦਿਓ, ਹੁਣ ਕੀ ਡਿਵੈਲਪਮੈਂਟ, ਕਿਉਂਕਿ ਅਜੈਬ ਸਿੰਘ ਭੱਟੀ ਇੱਕ ਪਾਸੇ ਤੁਹਾਡੇ ਐਮਐਲਏ ਨੇ, ਦੂਜੇ ਪਾਸੇ ਉਹਨਾਂ ਕੋਲੇ ਡਿਪਟੀ ਸਪੀਕਰ ਵਰਗਾ ਅਹੁਦਾ ਵੀ ਸਰਕਾਰ ਦੇ ਵਿੱਚ ਬਹੁਤ ਵੱਡਾ ਅਹੁਦਾ ਹੈ। ਫਿਰ ਤੁਹਾਡੇ ਲਈ ਕਰਵਾਇਆ ਕੁਝ ਉਹਨਾਂ ਨੇ, ਕੀ ਇੱਥੇ ਦੇ ਮਲੋਟ ਦੇ ਲਈ ਕੁਝ ਐਸਾ ਜਿਹੜਾ ਤੁਹਾਨੂੰ ਲੱਗਾ ਹੋਵੇ ਕਿ ਬਾਕੀਆਂ ਨਾਲੋਂ ਵੱਖਰਾ ਹੈ? ਜੋ ਕੁਛ ਉਹਨਾਂ ਨੇ ਆਪਦੇ 4.5 ਪੌਣੇ 5 ਸਾਲਾਂ 'ਚ ਕੀਤਾ ਹੈ ਉਹ ਸਾਰੇ ਲੋਕਾਂ ਨੂੰ ਪਤਾ ਹੈ। ਅਗਰ ਮੈਂ ਵਿਸ਼ੇਸ਼ ਤੌਰ ਤੇ ਗੱਲ ਕਰਾਂ ਤੇ ਇਸ ਟਾਈਮ ਜਿਹੜੀ ਕਾਂਗਰਸ ਜਿਹੜੀ ਮਲੋੜ ਦੀ ਕਾਂਗਰਸ ਸੀਟ ਸੀ, ਇਸ ਦਾ ਬਹੁਤ ਹੀ ਬੁਰੀ ਤਰ੍ਹਾਂ ਕਾਂਗਰਸੀ ਵਰਕਰਾਂ ਦਾ ਘਾਣ ਕੀਤਾ ਗਿਆ ਹੈ। ਕਾਂਗਰਸ ਪਾਰਟੀ ਦੇ ਜਿਹੜੇ ਇੱਥੋਂ ਦੇ ਸ਼ੇਰ ਸੀਗੇ ਸਾਰੇ ਮਾਰਤੇ, ਜ਼ਖਮੀ ਵੀ ਨਹੀਂ ਕੀਤੇ। ਉਹ ਬੋਲਦੇ ਜ਼ਰੂਰ ਹੈ ਲੇਕਿਨ ਉਹਨਾਂ 'ਚ ਸਾਹ ਨਹੀਂ ਹੈ। ਵਜ੍ਹਾ ਕੀ? ਵਜ੍ਹਾ ਉਹਨਾਂ ਦੀ ਆਪਦੀ ਜ਼ਿਆਦਾ ਪੜ੍ਹੇ ਲਿਖੇ ਹੋਣ ਕਰਕੇ ਭੱਟੀ ਸਾਹਿਬ ਨੇ ਜੋ ਆਪਦਾ ਇੱਕ ਲੀਡਰ, ਇੱਕ ਪਹਿਲਾਂ ਗਵਰਨਮੈਂਟ ਸਰਵਿਸ, ਉਹਦਾ ਰੰਗ ਜ਼ਰੂਰ ਉਹਨਾਂ ਨੇ ਸਾਰੇ ਸ਼ਹਿਰਾਂ ਨੂੰ ਵਿਖਾਇਆ ਵਧੀਆ। ਦੂਜਾ ਸਵਾਲ ਕਰੋ ਕੋਈ ਹੋਰ, ਕਰੋ ਛੱਡ ਦਿਓ ਅਗਾਂਹ। ਅਸੀਂ ਇਹੀ ਪੁੱਛਣ ਆਏ ਆ, ਅਸੀਂ ਰਿਐਲਿਟੀ ਚੈੱਕ ਲੋਕਾਂ ਦਾ ਵੀ ਹੈ, ਲੀਡਰਾਂ ਦਾ ਵੀ ਹੈ। ਤੁਸੀਂ ਰਿਐਲਿਟੀ ਚੈੱਕ ਦੱਸੋਗੇ ਨਾ? ਤੁਸੀਂ ਪਾਰਟੀ ਦੀ ਗੱਲ ਕਰ ਰਹੇ ਹੋ ਨਾ। ਕਾਂਗਰਸ ਪਾਰਟੀ ਦੀ ਜਿਹੜੀ ਇਸ ਟਾਈਮ ਤੁਸੀਂ ਗੱਲ ਪੁੱਛਣ ਜਾ ਰਹੇ ਹੋ ਜਾਂ ਆਪ ਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ ਜਾਂ ਬਾਦਲ ਸਾਹਿਬ ਵੱਲੋਂ ਗੱਲ ਕਰਨਾ ਚਾਹੁੰਦੇ ਹੋ, ਇਹਨਾਂ ਲੀਡਰਾਂ ਬਾਰੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਜ਼ਰੂਰ ਚਾਨਣਾ ਮਾਰਨਾ ਚਾਹੁੰਦਾ। ਬਿਲਕੁਲ, ਲੀਡਰਾਂ ਬਾਰੇ ਹੀ ਪਤਾ ਕਰਨਾ ਹੈ ਕਿ ਆਮ ਲੋਕ ਕੀ ਸੋਚਦੇ ਆ। ਦੇਖੋ ਲੋਕ ਇਹ ਚਾਹੁੰਦੇ ਹੁੰਦੇ ਆ, ਜਦੋਂ ਜੇ ਤੁਹਾਨੂੰ ਵੀ ਕੋਈ ਵੋਟ ਪਾਊਗਾ ਤੁਹਾਨੂੰ ਇਹ ਸੋਚ ਕੇ ਪਾਊਗਾ ਕਿ ਇਹ ਸਾਡਾ ਕੋਈ ਨਾ ਕੋਈ ਕਾਇਆ ਕਲਪ ਕਰਨਗੇ। ਕੀ ਜਿਨ੍ਹਾਂ ਲੋਕਾਂ ਨੂੰ ਅਸੀਂ ਵੋਟਾਂ ਪਾ ਕੇ ਜਿਤਾਉਂਦੇ ਰਹੇ ਹਾਂ, ਵਿਧਾਨ ਸਭਾ ਦੇ ਵਿੱਚ ਭੇਜਿਆ, ਕਿ ਉਹਨਾਂ ਨੇ ਤੁਹਾਡਾ ਕੁਝ ਕੀਤਾ? ਕਾਂਗਰਸ ਪਾਰਟੀ ਨੂੰ ਇੱਕ ਸੈਕੂਲਰ ਪਾਰਟੀ ਸਮਝਿਆ ਜਾਂਦਾ ਸੀਗਾ। ਪਿਛਲੇ 12 ਇਲੈਕਸ਼ਨਾਂ ਦੇ ਵਿੱਚ ਮਲੋੜ ਦਾ ਕੋਈ ਐਮਐਲਏ ਨਹੀਂ ਬਣ ਸਕਿਆ। ਜਿੰਨੇ ਵੀ ਆਏ ਸਾਰੇ ਬਾਹਰੋਂ ਆਏ। ਕਾਂਗਰਸ ਪਾਰਟੀ ਨੇ ਐਤਕੀ ਜਿਹੜਾ ਉਹ ਸੈਕੂਲਰ ਦਾ ਆਪਦੇ ਤੇ ਇੱਕ ਨਿਸ਼ਾਨ ਸੀਗਾ ਉਹਨੂੰ ਖਤਮ ਕਰ ਦਿੱਤਾ। ਉਹਦਾ ਕਾਰਨ ਇਹ ਹੈ, ਇਸ ਟਾਈਮ ਜਦੋਂ ਮੁੱਖ ਮੰਤਰੀ ਦੀ ਦੁਬਾਰਾ ਗੱਲ ਕਰਨ ਦੀ ਗੱਲ ਚੱਲੀ, ਨਵਾਂ ਮੁੱਖ ਮੰਤਰੀ ਬਣਨ ਦੀ ਗੱਲ ਚੱਲੀ, ਤਾਂ ਜਿੱਥੇ ਹਿੰਦੂ ਚਿਹਰਾ ਜਾਖੜ ਸਾਹਿਬ ਨੂੰ ਬਣਾਉਣ ਦੀ ਗੱਲ ਚੱਲੀ ਤਾਂ ਉੱਥੇ ਉਹਨਾਂ ਨੇ ਇਸ ਕਰਕੇ ਅਮਕਾ ਸੋਨੀ ਨੇ ਇਹ ਗੱਲ ਕਹਿਤੀ ਕਿ ਇੱਥੇ ਪੰਜਾਬ ਦੇ ਵਿੱਚ ਹਿੰਦੂ ਚਿਹਰਾ ਪ੍ਰਧਾਨ ਜਾਂ ਮੁੱਖ ਮੰਤਰੀ ਨਹੀਂ ਬਣ ਸਕਦਾ, ਜਿਸ ਨਾਲ ਲੋਕਾਂ ਦੇ ਵਿੱਚ, ਹਿੰਦੂ ਸਮਾਜ ਦੇ ਵਿੱਚ ਜਿਹੜਾ ਕਿ 35% ਆਬਾਦੀ ਸਿਰਫ ਹਿੰਦੂਆਂ ਦੀ ਹੈ, ਚਾਹੇ ਐਸਸੀ ਹੈ ਚਾਹੇ ਉਹ ਵੀ ਐਸੇ ਹਿੰਦੂ ਹੈ। ਲੇਕਿਨ ਬਟ ਅਸੀਂ ਇਹ ਦੇਖ ਕੇ ਹੈਰਾਨ ਹੋ ਗਏ, ਜਿਹੜੇ ਕਾਂਗਰਸ ਦੇ ਮੇਨ ਲੀਡਰਾਂ ਨੇ ਇਹ ਗੱਲ ਕਹਿਤੀ ਵੀ ਇੱਥੇ ਹਿੰਦੂ ਦਾ ਕੋਈ ਗੱਲ ਹੀ ਹੈ ਨਹੀਂ ਗੀ। ਸੋ ਇਸ ਟਾਈਮ ਹਿੰਦੂਆਂ ਦੇ ਵਿੱਚ ਬਹੁਤ ਵੱਡਾ ਇੱਕ ਰੋਸ਼ ਹੈ, ਸਾਰੇ ਪੰਜਾਬ 'ਚ ਹੈ। ਇਹ ਐਤਕੀ ਇਲੈਕਸ਼ਨ ਦੇ ਵਿੱਚ ਇਹ ਰੋਸ਼ ਆਪਦਾ ਕੰਮ ਕਰਕੇ ਦਿਖਾਊਗਾ। ਔਰ ਜਿੱਥੋਂ ਕਿ ਰਹੀ ਲੀਡਰਾਂ ਦੀ ਗੱਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਕਹਿੰਦੇ ਹੈ ਕਿ ਮੇਰਾ ਆਖਰੀ ਇਲੈਕਸ਼ਨ ਹੈ। ਕਿਹਦੀ ਸਹੁੰ ਮੰਨੀਏ ਅਸੀਂ? ਕੈਪਟਨ ਅਮਰਿੰਦਰ ਸਿੰਘ ਕਹਿੰਦੇ ਇਹ ਮੇਰਾ ਆਖਰੀ ਇਲੈਕਸ਼ਨ ਹੈ। ਔਰ ਜਿਨ੍ਹਾਂ ਦਾ ਲੀਡਰ ਹੀ ਹੈ ਜੀ ਹੈਗੇ ਹੈ, ਪਬਲਿਕ ਆਪੇ ਸੋਚ ਲੈ ਕੀ ਕਰਨਾ ਹੈ। ਪਬਲਿਕ ਨੂੰ ਕਿਹੜਾ ਰਾਹ ਨਹੀਂ ਵਿਖਦਾ ਗਾ। ਹੁਣ ਤਾਂ ਬਹੁਤ ਤਰ੍ਹਾਂ ਦੀਆਂ ਪਾਰਟੀਆਂ ਦੇ ਵਿੱਚ ਆ ਗਈਆਂ ਹੈ ਮੈਦਾਨ ਦੇ ਵਿੱਚ। ਲੋਕ ਸੋਚਣਗੇ, ਲੋਕ ਸਮਝਦਾਰ ਹੈ। ਲੋਕਾਂ ਨੂੰ ਬੇਵਕੂਫ 70 ਸਾਲਾਂ ਤੋਂ ਬਣਾ ਲਿਆ, ਹੁਣ ਲੋਕ ਆਪਦਾ ਹੱਲ ਆਪੇ ਕਰਨਗੇ। ਔਰ ਜਿਹੜੀ ਗੱਲ ਹੈ ਕਿ ਹਿੰਦੂ ਦਾ ਜਿਹੜਾ ਸਵਾਲੀਆ ਨਿਸ਼ਾਨ ਪੰਜਾਬ ਦੇ ਵਿੱਚ ਲੱਗਿਆ, ਇਹ ਬਹੁਤ ਮਾੜਾ ਲੱਗਿਆ। ਆਉਣ ਵਾਲੇ ਇਲੈਕਸ਼ਨ ਦੇ ਵਿੱਚ ਐਸੀ ਜਿਹੜੀ ਗੱਲਬਾਤ ਚਰਚਾ ਜ਼ਰੂਰ ਦਿਖਾਈ ਦਿੱਤੀ ਜਾਊਗੀ। ਬਿਲਕੁਲ, ਇਹ ਹਮੇਸ਼ਾ ਹੀ ਮਾੜਾ ਹੈ ਕਿ ਜੇ ਤੁਸੀਂ ਜਾਤੀ ਪ੍ਰਥਾ ਦੀ ਗੱਲ ਕਰਕੇ ਜਾਂ ਜਾਤੀਵਾਦ ਦੀ ਗੱਲ ਕਰਕੇ ਤੁਸੀਂ ਕੋਈ ਲੀਡਰ ਮੈਦਾਨ ਦੇ ਵਿੱਚ ਉਤਾਰੋਗੇ ਤਾਂ ਦੂਜੀ ਕਮਿਊਨਿਟੀ ਨੂੰ ਤੁਸੀਂ ਇੱਕ ਨੂੰ ਤਾਂ ਕੈਸ਼ ਕਰ ਸਕਦੇ ਹੋ, ਪਰ ਦੂਜੀ ਕਮਿਊਨਿਟੀ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਇਸ ਗੱਲ ਦੀ ਨਿਰਾਸ਼ਾ ਜਾਂਦੀ ਹੈ। ਇੱਧਰ ਭਰਾ ਹੋਰ ਵੀ ਖੜੇ ਨੇ। ਵੀਰ ਕੀ ਨਾਮ ਹੈ ਜੀ? ਗੁਰਕੀਰਤ ਸਿੰਘ। ਇੱਥੇ ਦੀ ਰਹਿਣ ਵਾਲੇ ਹੋ? ਹਾਂਜੀ। ਅੱਛਾ, ਪਹਿਲਾਂ ਤਾਂ ਮਲੋਟ ਦੇ ਵਿੱਚ ਸਮਝਾਓ ਸਾਡੇ ਦੇਖਣ ਵਾਲਿਆਂ ਨੂੰ ਕਿ ਕੁਝ ਐਸਾ ਭਾਈ ਸਾਹਿਬ ਹੋਰੀ ਨਾਰਾਜ਼ ਨੇ ਕਿ ਨਹੀਂ ਹੋਏ ਕੰਮ ਜਿਹੇ ਜਿਹੇ ਮਲੋਟ ਦੇ ਵਿੱਚ ਹੋਣੇ ਚਾਹੀਦੇ ਸੀ। ਕੀ ਐਮਐਲਏ ਸਾਹਿਬ ਨੇ ਕੁਝ ਨੌਜਵਾਨਾਂ ਬਾਰੇ ਕੁਝ ਐਸਾ ਸੋਚਿਆ ਸੀ, ਜਿਵੇਂ ਬਹੁਤ ਛੋਟੀਆਂ ਗੱਲਾਂ ਹੁੰਦੀਆਂ ਕਿ ਤੁਸੀਂ ਗਲੀਆਂ ਨਾਲੀਆਂ ਬਣਵਾ ਦਿਓ ਜੀ, ਇਹਨਾਂ ਤੇ ਲੋਕ ਟਾਈਲ ਲਵਾ ਦਿਓ, ਪਹਿਲੀ ਪੱਟ ਲਓ ਦੂਜੀ ਲਾ ਦਿਓ, ਇਹ ਤਾਂ ਚੱਲਦਾ ਰਹਿੰਦਾ। ਇਹ ਤੋਂ ਬਿਨਾਂ ਕੁਝ ਇਸ ਤੋਂ ਬਿਨਾਂ ਕੋਈ ਕੰਮ ਨਹੀਂ ਹੋਇਆ ਜੀ। ਇਸ ਤੋਂ ਬਿਨਾਂ ਕੁਝ ਨਹੀਂ ਹੋਇਆ ਕੋਈ ਕੰਮ। ਹਾਂਜੀ। ਤੁਸੀਂ ਮੈਨੂੰ ਲੱਗਦਾ ਕਿ ਵਰਕਆਊਟ ਕਰਦੇ ਹੋ। ਕੋਈ ਜਿਮ ਵਾਸਤੇ ਵੀ ਕੋਈ ਸਰਕਾਰਾਂ ਨੇ ਇੱਥੇ ਕੁਝ ਕੀਤਾ? ਓਪਨ ਜਿਮ ਬਹੁਤ ਲਵਾ ਦਿੰਦੇ ਹੋ। ਓਪਨ ਕੋਈ ਸਰਕਾਰੀ ਜਿੰਮਾਂ ਨਹੀਂ, ਕੋਈ ਕੁਛ ਨਹੀਂ, ਕੋਈ ਖੇਡ ਸਟੇਡੀਅਮ ਨਹੀਂ, ਕੋਈ ਕੁਛ ਨਹੀਂ। ਜਸਟ ਨਾਰਮਲ ਜਿਹੜੇ ਕੰਮ ਹੁੰਦੇ ਆ, ਗਲੀ ਨਾਲੀਆਂ, ਬਸ ਉਹੀ ਨਾਰਮਲ। ਜਸਟ ਕੁਝ ਨਹੀਂ ਹੋਇਆ ਸਰਕਾਰਾਂ ਨਾਰਮਲ, ਉੱਦਾਂ ਅਦਰਵਾਈਜ਼ ਯੂਥ ਨੂੰ ਕੁਛ ਨਹੀਂ। ਯੂਥ ਲਈ ਕੁਝ ਨਹੀਂ ਹੈ। ਠੀਕ ਹੈ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਅਸ਼ੋਕ ਗਾਬਾ, ਮਲੋਟ ਤੋਂ ਬਲੌਗ ਕਰਦਾ, ਮਲੋਟ ਸ਼ਹਿਰ ਤੋਂ।
ਦੱਸੋ ਪੁੱਛੋ। ਸਮਝਾਓ ਇੱਥੋਂ ਦੀ ਸਿਆਸਤ ਬਾਰੇ ਸਮਝਾਓ, ਕਿਸ ਤਰ੍ਹਾਂ ਦੀ ਸਿਆਸਤ ਹੈ, ਲੋਕਾਂ ਨੂੰ ਖੁਸ਼ ਕਰ ਪਾਉਂਦੀ ਹੈ ਇੱਥੋਂ ਦੀ ਸਿਆਸਤ ਤੇ ਸਿਆਸਤਦਾਨ? ਦੇਖੋ ਅੱਜ ਤੋਂ 1998 ਚ ਬੀਜੇਪੀ ਦਾ ਮੈਂ ਪ੍ਰੈਜ਼ੀਡੈਂਟ ਰਿਹਾ ਯੂਥ ਦਾ, ਠੀਕ ਹੈ, ਮੈਂ ਕੰਮ ਕਰਦਾ ਆ ਰਿਹਾ। ਉਦੋਂ ਸਾਰਾ ਅਕਾਲੀ ਦਲ ਤੇ ਬੀਜੇਪੀ ਦਾ ਅਨਾਉਂਸ ਸੀਗਾ ਤੇ ਤਕਰੀਬਨ ਅਨਾਉਂਸ ਰਿਹਾ। ਮੈਂ ਅੱਜ ਤੋਂ 7-8 ਸਾਲ ਪਹਿਲਾਂ ਰਾਜਨੀਤੀ ਤੋਂ ਪਿੱਛੇ ਗਿਆ, ਪਿਛੜ ਗਿਆ। ਜੋ ਗੁਰੂ ਦੇ ਵਿੱਚ ਆਨੰਦ ਹੈ ਨਾ, ਜੋ ਗੁਰੂ ਕੋਲੋਂ ਪਿਆਰ ਮਿਲਦਾ ਹੈ ਨਾ, ਗੁਰੂ ਕੋਲ ਇੱਕ ਸੈਂਕੜੀ ਸੁਣੀ ਜਾਂਦੀ, ਘਰੋਂ ਜਾਓ ਕਹਿ ਕੇ ਜਾਓ, ਅੱਗੇ ਕੰਮ ਅਫੀਸਰ ਪਤਾ ਨਹੀਂ ਕਿਵੇਂ ਕਰ ਦਿੰਦਾ ਹੈ। ਉਹ ਪਾਰਟੀਆਂ ਨਹੀਂ ਕਰਵਾ ਸਕਦੀਆਂ, ਬਿਲਕੁਲ ਪਤਾ ਨਹੀਂ ਕਿਵੇਂ ਕਰ ਦਿੰਦੀਆਂ ਨੇ। ਗੁਰੂ ਦੇ ਵਿੱਚ ਹੀ ਸਭ ਕੁਝ ਹੈ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਉਹ ਪ੍ਰਭੂ ਦੇ ਸਿਆਸਤ ਤੋਂ ਮੈਂ ਪਾਸੇ ਹੋਣਾ ਚਾਹੁੰਦਾ ਨਾ। ਬੜੇ ਇੱਕ ਗੰਦ ਹੁੰਦਾ ਸੀ, ਮੈਂ ਕਹਿਣਾ ਨਹੀਂ ਚਾਹੁੰਦਾ, ਮੈਂ ਪੋਲਿਟਿਕਸ ਹੈ ਸ਼ਾਇਦ ਕਿ ਆ ਜਾਵਾਂ। ਇੱਕ ਗੰਦ ਹੁੰਦਾ ਸੀ, ਇੱਕ ਮਹਾਗੰਦ, ਗੰਦ ਨੂੰ ਬਾਹਰ ਸੱਟਿਆ ਜਾਂਦਾ, ਮਹਾਗੰਦ ਜਿਹੜਾ ਅੰਦਰ ਰਹਿੰਦਾ ਹੈ। ਅਸੀਂ ਪੋਲਿਟਿਕਸ ਦੇ ਵਿੱਚ ਆ, ਗੰਦ ਆ ਪਰ ਮਹਾਗੰਦ ਬਣ ਜਾਂਦੇ ਆ। ਕੀ ਬਾਤ ਹੈ, ਬੜੀ ਖੁੱਲੀ ਗੱਲ ਕਹਿ ਕੇ ਗਏ ਆ ਕਿ ਇੱਕ ਗੰਦ ਹੁੰਦਾ, ਇੱਕ ਮਹਾਗੰਦ ਹੁੰਦਾ। ਇਧਰ ਹੋਰ ਵੀ ਬਾਈ ਕਿੱਧਰ ਭੱਜ ਰਹੇ ਹੋ? ਖੜ ਜਾਓ, ਵੋਟ ਨਹੀਂ ਪਾਉਣੀ? ਵੋਟ ਪਾਵਾਂਗੇ ਇੱਧਰ ਤਾਂ ਆਓ, ਇੱਕ ਮਿੰਟ ਗੱਲ ਤਾਂ ਸੁਣੋ। ਵੋਟ ਪਾਉਣ ਜਾਓਗੇ ਨਾ, ਕੀ ਸੋਚੋਗੇ ਫਿਰ? ਸੋਚਾਂਗੇ ਕਿ ਜੇ ਕੋਈ ਨਵਾਂ ਕੰਮ ਕਰੇਗਾ ਉਹਦੇ ਬਾਰੇ ਤੇ ਫਿਰ ਦੱਸੋ ਵੀ ਨਾ, ਕੈਮਰੇ ਤੋਂ ਕਿਉਂ ਭੱਜ ਰਹੇ ਹੋ? ਨਹੀਂ ਭੱਜਣਾ ਤਾਂ ਕਾਹਤੋਂ ਆ, ਭੱਜਣ ਨੂੰ ਦੱਸੋ ਫਿਰ, ਤੁਹਾਡੇ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਮਲੋੜ ਦੇ ਹੀ। ਅੱਛਾ, ਤੁਹਾਡੇ ਮਹੱਲੇ 'ਚ ਕੁਝ ਹੋਇਆ? ਕੋਈ ਗਲੀਆਂ ਨਾਲੀਆਂ ਹੋਈਆਂ ਬਣੀਆਂ ਹੋਣ ਜਾਂ ਕੁਝ ਹੋਰ ਕੰਮ ਹੋਏ ਹੋਣ? ਗਲੀਆਂ ਨਾਲੀਆਂ ਦਾ ਪੱਟ ਲਓ ਬਣਾ ਲਓ, ਪੱਟ ਲਓ ਬਣਾ ਲਓ, ਉਹ ਤਾਂ ਚੱਲੀ ਜਾਂਦਾ, ਉਹ ਤਾਂ ਚੱਲੀ ਜਾਂਦਾ। ਬਿਲਕੁਲ ਸਹੀ ਗੱਲ ਕੀਤੀ ਆ, ਹਾਂਜੀ। ਬਿਲਕੁਲ ਸਹੀ ਗੱਲ ਹੈ। ਕੋਈ ਕਿਸੇ ਗਰੀਬ ਦਾ ਬੱਚਾ ਨਹੀਂ ਲੱਗਾ, ਜਿੰਨੇ ਕੋਈ ਪੈਸਾ ਧੇਲਾ ਦੇ ਕੇ ਲਵਾ ਲਿਆ। ਕੋਈ ਕਿਸੇ ਦੀ ਕੋਈ ਨਹੀਂ ਸੁਣਦਾ, ਮਾੜੇ ਦੀ ਕੋਈ ਨਹੀਂ ਸੁਣਦਾ। ਅਸੀਂ ਤਾਂ ਦਿਹਾੜੀਦਾਰ ਬੰਦੇ ਆ, ਦਿਹਾੜੀ ਕਰਦੇ ਆ। ਹਾਂਜੀ, ਚਰਨਜੀਤ ਚੰਨੀ ਕਹਿੰਦੇ ਮੈਟ ਦੇ ਆਧਾਰ ਤੇ ਨੌਕਰੀਆਂ ਦੇਵਾਂਗੇ, ਕਿਸੇ ਤੋਂ ਕੋਈ ਪੈਸਾ ਨਹੀਂ ਲੈਣਾ। ਜੇ ਦੇਣਗੇ ਮੈਟ ਦੇ ਹਿਸਾਬ ਨਾਲ ਨੌਕਰੀਆਂ ਤੇ ਚੰਨੀ ਸਾਹਿਬ ਨੂੰ ਅੱਗੇ ਆਉਣ ਦਾ ਮੌਕਾ ਦੇਵਾਂਗੇ। ਚੰਨੀ ਸਾਹਿਬ ਨੂੰ ਅੱਗੇ ਆਉਣ ਦਾ ਮੌਕਾ ਦੇਵਾਂਗੇ, ਕੋਈ ਚੱਕਰ ਨਹੀਂ। ਸੋਚ ਸਮਝ ਕੇ ਵੋਟ ਪਾਉਣੀ ਹੈ, ਸੋਚ ਸਮਝ ਕੇ, ਪੂਰੀ ਸੋਚ ਸਮਝ ਕੇ, ਚੰਗੇ ਲੀਡਰ ਨੂੰ। ਬਿਲਕੁਲ, ਉਹ ਦੂਜੇ ਕੰਮ ਪਿੱਛੇ ਨਹੀਂ ਜਾਣਾ। ਨਾ 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 ਨਾ। ਤੁਹਾਡਾ ਕੀ ਨਾਮ ਹੈ? ਦੇਸਰਾਜ ਜੀ, ਇੱਥੇ ਦੀ ਰਹਿਣ ਵਾਲੇ ਹੋ? ਇੱਥੋਂ ਦੇ ਖਾਸ ਕੀ ਕੰਮ ਦਿਹਾੜੀ ਮਜ਼ਦੂਰੀ ਕਰਦੇ ਆ ਜੀ। ਅੱਛਾ, ਕਰਦੇ ਆ ਕੁਝ ਲੀਡਰ ਤੁਹਾਡੇ ਵਾਸਤੇ ਕਿ ਨਹੀਂ? ਲੀਡਰ ਮੈਂ ਆਪਾਂ ਨੂੰ ਕੋਈ ਲੱਗਦਾ ਨਹੀਂ ਜੀ। ਠੀਕ ਹੈ ਜੀ, ਹੁਣ ਜੇ ਕੋਈ ਕਿਸੇ ਨਾਲ ਲੈਣਾ ਕੋਈ ਜ਼ਰੂਰੀ ਨਹੀਂ। ਕੋਈ ਦਿਨ ਹੋਏ ਮਜ਼ਦੂਰ ਚੌਂਕ ਤੇ ਆਏ, ਮੈਂ ਭਾਈ ਸਾਹਿਬ ਮੇਰੇ ਕੋਲ ਤੇ ਕੋਈ ਮੇਰੇ ਸੀ ਆਪਦੇ, ਉਹ ਮੇਰੇ ਆਪਦੇ ਲੈ ਕੇ ਬਹਿ ਗਏ। ਤੇ ਸਾਡੇ ਕੋਲ ਝੁੱਗੀ ਦੀ ਕੋਈ ਜਗ੍ਹਾ ਹੈਗੀ ਜਿੱਥੇ ਰੱਬ ਕਰ ਲਈਏ? ਕਹਿੰਦੇ 2 ਮਹੀਨੇ ਰੁਕ ਜਾਓ। ਬੋਲੋ ਇਹਦਾ ਕੀ ਜਵਾਬ? ਕਦੋਂ 2 ਮਹੀਨੇ ਕਹਿ ਕੇ ਗਏ? ਹੈ ਆਹ 2 ਮਹੀਨੇ ਛੱਡ ਕੇ ਹੁਣ ਕਿਹੜੀ 2 ਮਹੀਨੇ ਹੋਣਗੇ? ਲੰਬੇ ਹੁੰਦੇ 2 ਮਹੀਨੇ ਹੈ ਤਾਂ ਹੀ ਤਾਂ ਕਹਿੰਦਾ ਗਰੀਬ ਦਾ ਜੇ ਪੰਜਾਬ ਜਾ ਕੇ ਸਰਕਾਰੀ ਥਾਂ ਜੁੱਤੀਆਂ ਘਸਾ ਲੈਂਦਾ। ਮਜ਼ਦੂਰ ਦਾ ਕਾਰੋਬਾਰ ਨਹੀਂ ਰਹਿ ਗਿਆ, ਦਿਨੋਂ ਦਿਨ ਪ੍ਰੋਡਕਟ ਵੱਧ ਗਿਆ ਹੈ। ਨਵੀਆਂ ਮਸ਼ੀਨਰੀਆਂ ਵਧ ਗਈਆਂ, ਜਿੱਥੇ ਮਜ਼ਦੂਰਾਂ ਕੰਮ ਸੀ ਉੱਥੇ ਮਸ਼ੀਨੀਆਂ ਕੰਮ ਕਰਨ ਲੱਗੀਆਂ। ਮਜ਼ਦੂਰਾਂ ਦੀ ਲੋੜ ਹੀ ਨਹੀਂ ਰਹਿ ਗਈ ਹੈ ਜੀ। ਮਜ਼ਦੂਰਾਂ ਹੀ ਤਾਂ ਖਤਮ ਹੋ ਗਿਆ ਕੰਮ। ਕਹਿੰਦਾ ਵੈਸੇ ਜਿਹਨਾਂ ਕੋਲ ਮਸ਼ੀਨਰੀ ਹੈ। ਅੱਛਾ, ਦਿਹਾੜੀ ਕਿੰਨੀ ਮਿਲਦੀ ਆ? ਦਿਹਾੜੀ ਦਾ ਜਾਣ ਦਾ ਨਾਂ ਹੀ ਨਹੀਂ ਹੈ। ਦਿਹਾੜੀ ਦਾ 400 ਤੋਂ 300 ਦੇ ਉੱਤੇ ਜਾਣ ਹੀ ਨਹੀਂ ਦਿੰਦੇ। ਬਾਕੀ ਮਹਿੰਗਾਈ ਹੋਈ ਜਾਂਦੀ ਆ, ਦਿਹਾੜੀ ਨਹੀਂ ਵਧੀ ਜਾਂਦੀ ਹੈ, ਦਿਹਾੜੀ ਘਟੀ ਜਾਂਦੀ ਹੈ। ਜਿਹੜੀ ਮਹਿੰਗਾਈ ਹੈ ਨਾ ਉਹ ਵਧੀ ਜਾਂਦੀ ਹੈ। ਉਹ ਜਿਹੜੀ ਮਜ਼ਦੂਰ ਦੀ ਮਜ਼ਦੂਰੀ ਦਿਨੋਂ ਦਿਨ ਘਟੀ ਜਾਂਦੀ ਹੈ। ਬਹੁਤ ਔਖਾ ਗੁਜ਼ਾਰਾ ਫਿਰ। ਹਾਂਜੀ, ਗੁਜ਼ਾਰਾ ਔਖਾ ਹੈ। ਹੁਣ 5-4 ਦਿਨ ਹੋ ਗਏ ਕੋਈ ਦਿਹਾੜੀ ਮਜ਼ਦੂਰੀ ਨਹੀਂ ਹੈ, ਟਾਈਮ ਪਾਸ। ਹੁਣ ਲੀਡਰ ਆਉਂਦੇ ਆ ਤੁਹਾਡੇ ਕੋਲੇ ਵੋਟਾਂ ਮੰਗਣ, ਕਰੋ ਸਵਾਲ ਉਹਨਾਂ ਨੂੰ। ਉਹ ਸਵਾਲ ਕਰੋ। ਸਵਾਲ ਤਾਂ ਕਰਨਾ। ਹੁਣ ਵੋਟ ਜਿਹੜਾ ਦੇਵਾਂਗੇ ਆਪਾਂ ਕੋਈ ਗੱਲ ਆਖੇ, ਜਿਹੜਾ ਕੋਈ ਸਾਨੂੰ ਝੁੱਗੀ ਦੀ ਜਗ੍ਹਾ ਜਦੋਂ ਉਹਨੂੰ ਵੋਟ ਦੇ ਦਾਂਗੇ। ਮੈਂ ਇੱਕ ਜਿਹੜੇ ਮੇਰੀ ਗਰੀਬ ਦੀ ਆਵਾਜ਼ ਇੱਕ ਵੋਟ ਨਾਲ ਪਤਾ ਕਿੰਨੀ ਚ ਲਾਸਟ ਹੋਰ ਬਹੁਤ ਕੁਝ ਵੰਡ ਜਾਂਦੇ ਆਖਰੀ ਦਿਨ ਤੇ ਆ ਕੇ। ਆਪਾਂ ਉਹਦੇ ਤੇ ਤਾਂ ਨਹੀਂ ਡੋਲਦੇ ਨਾ ਮਾਰੇ ਜੋ ਕੰਮ ਚ ਨਹੀਂ ਹੈ। ਆਪਾਂ ਨੂੰ ਖਾਣ ਪੀਣ ਦਾ ਕੋਈ ਲਾਲਚ ਨਹੀਂਗਾ, ਬਸ ਆਪਣੀ ਮਿਹਨਤ ਹੈ। ਕਹਿੰਦੇ ਸ਼ਹਿਰ ਮਲੋਟ ਵਿੱਚ ਦਾਣਾ ਪਾਣੀ ਲਿਖਿਆ, ਕਰਮਾਂ ਦਾ ਪਤਾ ਨਹੀਂ ਕਿੱਥੇ ਜਾ ਕੇ ਲਿਖਿਆ। ਆਪਦਾ ਹੀ ਦਾਣਾ ਪਾਣੀ ਜੇ ਮਿਲ ਜੇ ਨਾ, ਉਹਦੇ ਨਾਲ ਸਬਰ ਸਤੋ ਕਰ ਲੈਣਾ। ਕਿਸੇ ਦੀ ਬਗਾਨੀ ਇਹਨਾਂ ਦੇ ਦੇਵ ਨੂੰ ਅੱਜ ਕੱਲ੍ਹ ਕਿਸੇ ਜੇਬ 'ਚ ਪੈਸੇ ਕਢਾਉਣੇ ਬਹੁਤ ਜੀ ਸੌਖਾ ਨਹੀਂ ਹੈ। ਬਹੁਤ ਚੰਗੀ ਗੱਲ ਹੈ, ਸੋਚ ਕੇ ਆਪਣੇ ਲੀਡਰ ਚੁਣੋਗੇ ਤਾਂ ਤੁਹਾਡੇ ਤੇ ਤੁਹਾਡੇ ਬੱਚਿਆਂ ਦੇ ਭਵਿੱਖ ਦੇ ਲਈ ਚੰਗਾ ਹੋਊਗਾ। ਹਾਂਜੀ ਬਾਈ ਜੀ, ਕੀ ਨਾਮ ਹੈ ਜੀ? ਜੋਨੀ ਗਰਗ ਜੀ। ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਹੋ? ਬਿਲੋਂਗ ਆਪਾਂ ਕਿਸੇ ਚ ਵੀ ਨਹੀਂ ਕਰਦੇ ਜੀ। ਬਹੁਤ ਚੰਗੀ ਗੱਲ ਹੈ, ਮੈਂ ਪਹਿਲਾਂ ਤਾਂ ਪੁੱਛਿਆ ਕਿਉਂਕਿ ਪਤਾ ਨਹੀਂ ਨਾ ਲੱਗਦਾ ਕੌਣ ਕਿਹੜੀ ਪਾਰਟੀ ਤੋਂ, ਫਿਰ ਪਤਾ ਨਹੀਂ ਕਿਸ ਤਰ੍ਹਾਂ ਦੇ ਸਵਾਲ ਉਹ ਸੁਣੂਗਾ। ਅੱਛਾ, ਤੁਸੀਂ ਦੱਸੋ ਕਿ ਤੁਹਾਡੇ ਮਲੋਟ ਦੇ ਵਿੱਚ ਕੁਝ ਹੋਇਆ, ਕੁਝ ਖਾਸ? ਮਲੋੜ ਦੇ ਵਿੱਚ ਕੁਝ ਨਹੀਂ ਹੋਇਆ ਜੀ ਤੱਕ, ਮੈਂ ਤਾਂ ਕੋਈ ਵੇਖਿਆ ਨਹੀਂ ਜੀ। ਸੜਕਾਂ ਥੋੜ੍ਹੀਆਂ ਟੁੱਟੀਆਂ ਪਈਆਂ ਜੀ, ਇਹ ਆਉਂਦੇ ਆ ਸਲੂਟ ਮਾਰ ਕੇ ਚਲੇ ਜਾਂਦੇ ਆ। ਮੈਂ ਤਾਂ ਵੇਖਿਆ ਨਹੀਂ ਤੱਕ ਕਿਹਦਾ ਕੰਮ ਹੋਇਆ। ਵੇਖੋ ਸੜਕਾਂ ਦਾ ਕੋਈ ਬਣਾਉਂਦਾ ਹੀ ਹੈ। ਇਹ ਇਹਨਾਂ ਦੇ ਪੈਸੇ ਨਹੀਂ, ਇਹ ਸਰਕਾਰ ਦੇ ਪੈਸੇ ਨਹੀਂ, ਇਹ ਜਨਤਾ ਦੇ ਪੈਸੇ ਆ। ਜਨਤਾ ਦੇ ਪੈਸੇ ਆ ਜੀ, ਇਹ ਸਾਡੇ ਪੈਸੇ ਸਾਨੂੰ ਦੱਸੀ ਜਾਂਦੇ ਆ ਜੀ। ਦੱਸੋ ਕਿਸੇ ਬੰਦੇ ਨੂੰ ਕੋਈ ਪੈਸੇ ਮਿਲੇ ਹੋਣ ਤਾਂ ਮੈਂ ਗਰੰਟੀ ਕਰਦਾ ਜੀ। ਮੈਂ ਨਹੀਂ ਅਜੇ ਤੱਕ ਵੇਖਿਆ ਕਿਸੇ ਦਾ ਵਿਕਾਸ ਹੁੰਦਾ ਜੀ। ਇਹ ਸੜਕਾਂ ਦਾ ਆਮ ਨੋਰਮਲ ਹੈ ਜੀ। ਫਿਰ ਹੁਣ ਵੋਟਾਂ ਪਾਉਣੀਆਂ ਨਾ, 2022 ਆ ਰਿਹਾ, ਵੋਟਾਂ ਪਾਉਣੀਆਂ, ਫਿਰ ਉਦੋਂ ਕੀ ਸੋਚਿਆ ਜਾਊਗਾ?
ਸੋਚੋਗੇ ਉਦੋਂ ਕਿ ਆ ਬੰਦਾ ਠੀਕ ਹੈ ਕਿ ਗਲਤ ਆ ਯਾਰ, ਚੰਗਾ ਬੰਦਾ ਚੁਣੀਏ। ਬੰਦਾ ਚੁਣਾਂਗੇ ਜਿਹੜੀ ਗੱਲ ਹੈ ਫਿਰ ਹੀ ਜਿਹੜਾ ਸਾਡਾ ਬਰਾਬਰ ਮੋਢੇ ਨਾਲ ਮੋਢਾ ਜੋੜ ਕੇ ਖੜੇਗਾ ਜੀ, ਅਸੀਂ ਉਹਦਾ ਸਾਥ ਦੇਵਾਂਗੇ। ਜਿਹੜੀ ਗੱਲ ਹੈ ਜੀ, ਇਹ ਸਾਨੂੰ ਲਾਸਟ ਮੌਕੇ ਹੀ ਮਿਲਦੇ। ਜਿਹੜੀ ਗੱਲ ਹੈ 5 ਸਾਲਾਂ ਬਾਅਦ ਸਾਡੇ ਮਹੀਨਾ ਕੀ ਸਾਡੀ ਗੱਲ ਸੁਣੀ ਜਾਂਦੀ ਹੈ, ਉਦੋਂ ਬਾਅਦ ਤੋਂ 4 ਸਾਲ 9 12 11 ਮਹੀਨੇ ਇਹਨਾਂ ਦੀ ਸੁਣਦੀ ਜਾਂਦੀ ਜੀ। ਫਸ ਜਾਂਦੇ ਇੱਕ ਵਾਰੀ ਵੋਟਾਂ। ਹਾਂ ਜੀ, ਫਸ ਜਾਂਦੇ ਜੀ। ਫਿਰ ਐਤਕੀ ਨਾ ਫਸਿਓ, ਫਸਣਾ ਪਊ ਸੋਚ ਕੇ ਰੱਖਿਓ। ਆ ਦੇਖੋ ਅਸੀਂ ਬਕਾਇਦਾ ਲਿਖ ਕੇ ਲੈ ਕੇ ਆਏ ਹਾਂ ਕਿ ਕੀ ਪੰਜਾਬ ਦਾ ਮੈਨੀਫੈਸਟੋ ਕੀ ਰਹਿੰਦਾ ਹਰ ਵਾਰ। ਕਰਜ਼ ਮੁਕਤ ਪੰਜਾਬ, ਨਸ਼ਾ ਮੁਕਤ ਪੰਜਾਬ, ਬੇਅਦਬੀ ਮਾਮਲਿਆਂ ਦਾ ਇਨਸਾਫ, ਘਰ ਘਰ ਨੌਕਰੀ, ਪੰਜਾਬ ਦੀ ਆਬੋ ਹਵਾ, ਸਿੱਖਿਆ, ਖਸਤਾ ਸੜਕਾਂ ਦੀ ਮੁਰੰਮਤ, ਬੀਬੀਆਂ ਲਈ ਉੱਚ ਸਿੱਖਿਆ, ਪੰਜਾਬ ਦੇ ਪਾਣੀਆਂ ਦਾ ਮੁੱਦਾ, ਕਿਸਾਨਾਂ ਦਾ ਕਰਜ਼ਾ ਮਾਫ, ਰੇਤ ਮਾਫੀਆ ਤੋਂ ਮੁਕਤੀ, ਸਿਹਤ ਸਹੂਲਤਾਂ, ਸਸਤੀ ਬਿਜਲੀ। ਇਹ ਹਮੇਸ਼ਾ ਸਾਡੇ ਮੁੱਦੇ ਰਹਿੰਦੇ ਵੀ ਆ, ਪਰ ਜ਼ਰੂਰੀ ਹੈ ਕਿ ਇਹਨਾਂ ਤੇ ਤੁਸੀਂ ਕੰਮ ਕਰਵਾਓ। ਆਮ ਲੋਕ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਉਹਨਾਂ ਨੂੰ ਕਹੋ ਕਿ ਆਹ ਕੰਮ ਕਰਵਾਓ ਸਾਰੇ। ਕਹਿਣ ਦਾ ਸਾਨੂੰ ਮੌਕਾ ਨਹੀਂ ਦਿੰਦੇ, ਗੱਡੀ ਪਰਲੇ ਪਾ ਭਜਾ ਕੇ ਲੈ ਜਾਂਦੇ ਆ, ਅਸੀਂ ਉਰਲੇ ਪਾ ਵੇਖਦੇ ਰਹੇ ਨੇ ਕਿੱਧਰ ਗਏ। ਇੱਕ ਵਾਰੀ ਤਾਂ ਨਹੀਂ ਆਉਂਦੇ, ਬਹੁਤ ਵਾਰੀ ਆਉਂਦੇ ਤੁਹਾਡੇ। ਉਹ ਅੱਜ ਤੱਕ ਮੈਂ ਤੁਹਾਨੂੰ ਉਦੋਂ ਦੂਜੀ ਸੜਕ ਤੇ ਵੀ ਖੜਾ ਦਿਆ ਕਰੋ ਬੰਦੇ ਚਾਰ। ਉਹ ਮਹਾਰਾਜ ਅੱਜ ਕੇ ਸਮਾਂ ਹੀ ਕਿੱਥੇ ਹੈ ਜੀ, ਸਾਨੂੰ ਤਾਂ ਦਿਹਾੜੀ ਕੋਣ ਲੈ ਕੇ ਨਹੀਂ ਜਾਂਦਾ ਜੀ। ਦੁਕਾਨਦਾਰ ਸਾਰਾ ਇਹੀ ਆਪਦੇ ਜਿਹੜਾ ਵੀ ਰੋਜੀ ਰੋਟੀ ਆਪਦੇ ਬੰਦੇ ਨੇ ਆਪ ਖਾਣੀ, ਆਪ ਦੀ ਖਾਣੀ ਹੈ। ਇਹਨਾਂ ਨੇ ਗੱਡੀਆਂ ਜਾਣਾ, ਗੱਡੀਆਂ ਨਾਲ ਚਲੇ ਜਾਂਦੇ ਬਸ ਜੀ। ਠੀਕ ਹੈ, ਸੋਚ ਕੇ ਪਾਇਓ ਵੋਟ। ਬਾਪੂ ਕੀ ਨਾਮ ਹੈ? ਕੁਲਵਿੰਦਰ ਸਿੰਘ ਜੀ। ਇਹ ਇੱਥੇ ਹੀ ਰਹਿੰਦੇ ਹੋ? ਨਹੀਂ ਜੀ, ਮੇਰਾ ਪਿੰਡ ਬਲੋਚ ਘਰਾ। ਅੱਛਾ, ਇੱਕ ਇਹ ਤਾਂ ਮਲੋਟ ਹਲਕੇ 'ਚ ਪੈਂਦਾ? ਹਾਂਜੀ ਹਾਂਜੀ। ਫਿਰ ਤੁਸੀਂ ਦੱਸੋਗੇ ਕੀ ਕੁਛ ਹੋਇਆ? ਇਧਰਲੇ ਪਾਸੇ ਨੂੰ ਹੋ ਜਾਓ, ਇਧਰ ਨੂੰ ਆ ਜਾਓ। ਮਲੋਟ ਰਹਿੰਦਾ ਹੀ ਨਹੀਂ ਜੀ। ਤੁਹਾਡੇ ਪਿੰਡ ਦਾ ਦੱਸ ਦਿਓ ਕੀ ਹਾਲ ਹੈ। ਪਿੰਡ 'ਚ ਜੀ ਪਹਿਲਾਂ ਬਾਦਲ ਜਿਹੜਾ ਕੀਤਾ ਉਹ ਮਗਰੋਂ ਹੁਣ ਕੁਝ ਨਹੀਂ ਹੋਇਆ। ਮਗਰੋਂ ਕੁਛ ਨਹੀਂ ਹੋਇਆ? ਨਾ ਜੀ, ਜਮਾਂ ਹੀ ਕੁਛ ਨਹੀਂ ਹੋਇਆ। ਨਾ ਨਾ। ਇਹ ਤਾਂ ਗੱਲ ਮਾੜੀ ਹੋ ਗਈ ਬਾਪੂ। ਹਾਂਜੀ। ਕਾਂਗਰਸ ਕਰਵਾਉਂਦੀ ਆ ਕੁਛ ਕਿ ਨਹੀਂ? ਕੋਈ ਕਾਂਗਰਸ ਦੇ ਬੜੇ ਵੋਟ ਬਾੜ ਲੱਗੇ ਦੇ ਹੁਣ ਡਿਆ ਮਾੜਾ ਮੋਟ ਹੁਣ ਹੁੰਦਾ ਪਿਆ ਥੋੜਾ ਥੋੜਾ। ਹੁਣ ਹੁੰਦਾ ਪਿਆ ਥੋੜਾ। ਹਾਂਜੀ ਹਾਂ। ਕੀ ਹੁੰਦਾ ਪਿਆ ਤੁਹਾਡੇ ਪਿੰਡ? ਆ ਲੋਕਡਾਊਨ ਜੀ ਲਾਈ ਉਹਦੇ ਨੇ, ਹੋਰ ਕੁਝ ਨਹੀਂ ਹੈਗਾ। ਵਧੀਆ ਕੰਮ ਨਹੀਂ ਇਹ ਲੋਕ? ਨਾ ਜੀ ਨਾ ਨਾ। ਇਹ ਵਧੀਆ ਕੰਮ ਨਹੀਂ ਹੈਗਾ ਨਾ। ਚਲ ਬਾਪੂ, ਜਦੋਂ ਵੋਟ ਪਾਉਣੀ ਆ ਸੋਚ ਕੇ ਪਾਉਣੀ ਆ। ਤਾਂ ਮਲੋਟ ਦੇ ਲੋਕ ਸੀ ਸਾਡੇ ਨਾਲ, ਔਰ ਕਿਉਂਕਿ ਮੈਂ ਪਹਿਲਾਂ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਸੀ ਕਿ ਕੁਝ ਲੋਕ ਕੈਮਰੇ ਤੇ ਆਉਣ ਤੋਂ ਜ਼ਰੂਰ ਕਿਤੇ ਨਾ ਕਿਤੇ ਕਿਨਾਰਾ ਕਰਦੇ ਹੁੰਦੇ ਆ ਕਿ ਅਸੀਂ ਪਾਸੇ ਰਹੀਏ ਜਾਂ ਸਾਡਾ ਨਾ ਪਤਾ ਲੱਗ ਜੇ ਕਿਸੇ ਨੂੰ ਕਿ ਅਸੀਂ ਠੀਕ ਆ ਜੀ, ਸਤਿ ਸ਼੍ਰੀ ਅਕਾਲ, ਤਾਂ ਕਿ ਅਸੀਂ ਨਾ ਸਾਹਮਣੇ ਆ ਜਾਈਏ। ਪਰ ਫਿਰ ਵੀ ਕੁਝ ਲੋਕ ਬੇਬਾਕੀ ਦੇ ਨਾਲ ਬੋਲੇ ਨੇ, ਬੇਬਾਕ ਹੋ ਕੇ ਬੋਲੇ ਨੇ, ਔਰ ਬਹੁਤ ਚੰਗੀ ਗੱਲ ਸੀ ਕਿ ਉਹ ਬੇਬਾਕ ਹੋ ਕੇ ਬੋਲੇ। ਔਰ ਇਹ ਇੱਕ ਚੰਗੇ ਵੋਟਰ ਦਾ, ਇੱਕ ਚੰਗੇ ਨਾਗਰਿਕ ਤੇ ਸੂਝਵਾਨ ਨਾਗਰਿਕ ਦੀ ਨਿਸ਼ਾਨੀ ਵੀ ਹੁੰਦੀ ਆ। ਤਾਂ ਮਲੋਟ ਦੇ ਲੋਕ ਖੁਸ਼ ਨਹੀਂ ਨਜ਼ਰ ਆ ਰਹੇ ਆਪਣੇ ਵਿਧਾਇਕ ਤੋਂ। ਕਹਿੰਦੇ ਕਿ 5 ਸਾਲ ਕੰਮ ਹੋਣੇ ਚਾਹੀਦੇ ਹੁੰਦੇ ਆ, ਪਰ ਆਖਰ ਤੇ ਆ ਕੇ ਜੇਕਰ ਲੋਕ ਟੈਲਾਂ ਹੀ ਲਾਉਣੀਆਂ ਨੇ ਤਾਂ ਫਿਰ ਉਹ ਕੋਈ ਵਿਕਾਸ ਨਹੀਂ। ਇਸ ਤੋਂ ਪਹਿਲਾਂ ਵਿਕਾਸ ਹੋਣਾ ਚਾਹੀਦਾ ਸੀ, ਨੌਜਵਾਨਾਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਸੀ, ਇੱਥੇ ਇੰਡਸਟਰੀ ਆਉਣੀ ਚਾਹੀਦੀ ਸੀ, ਪਰ ਐਸਾ ਹੋਇਆ ਨਹੀਂ। ਚੱਲਦੇ ਆ ਕਿਸੇ ਅਗਲੇ ਹਲਕੇ ਦੇ ਵਿੱਚ, ਐਦਾਂ ਹੀ ਰਸਤੇ ਦੇ ਵਿੱਚ ਅਸੀਂ ਆਪਣਾ ਇਹ ਸਾਰਾ ਲਾ ਕੇ ਸਮਝਾਵਾਂਗੇ ਲੋਕਾਂ ਨੂੰ, ਔਰ ਨਾਲ ਹੀ ਲੋਕਾਂ ਤੋਂ ਇਹ ਵੀ ਜਾਣਾਂਗੇ ਕਿ ਕੀ ਉਹ ਆਪਣੇ ਲੀਡਰ ਦੇ ਖਿਲਾਫ ਬੋਲਣ ਦੇ ਲਈ ਜਾਂ ਉਹਦੇ ਸੱਚਾਈ ਬੋਲਣ ਦੇ ਲਈ ਤਿਆਰ ਨੇ। ਜੇ ਤਿਆਰ ਨੇ ਤਾਂ ਫਿਰ ਆਓ ਕੈਮਰੇ ਦੇ ਸਾਹਮਣੇ ਰੱਖੋ ਆਪਣੇ ਉਹ ਕੰਮ, ਔਰ ਰੱਖੋ ਆਪਣੇ ਸਾਰੇ ਖਿਆਲ, ਤਾਂ ਕਿ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਦੇ ਵਿੱਚ ਲੀਡਰ ਤੁਹਾਡੇ ਕੋਲੇ ਸੋਚ ਸਮਝ ਕੇ ਪਹੁੰਚਣ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹੁਰ ਦਾ ਅਨਮਿਊਟ ਮਲੋਟ।